साहिब जीओ। हर चौथड़ी लाभ मन सहज पया। हर पाया बलराम जीओ। गुरमुख मिलिया सुभाई। हर मन तन मीठा लाया बलराम जीओ। हर मीठा लाया मेरे प्रभ भाया। अन दिन हर लिवलाई। मन चिंदिया फल पाया स्वामी। हर नाम बजी बधाई। हर प्रभ ठाकुर काज रचाया। धन हृदय नाम बिगासी। जन नानक बोले चौथी लावै। हर पाया प्रभ अविनाशी। जन नानक बोले चौथी लावै। हर पाया प्रभ अविनाशी। शब्द गुरु साहिब श्री गुरु ग्रंथ साहिब महाराज सच्चे पातशाह जी दी बख्शिश किरपा दे सदका मालक जी दी पावन ते पवित्र निघी गोद विच जुड़ के बैठण दा सुभाग प्राप्त होया है। पातशाह जी दी किरपा सदका पिछलेरे दिनां तो लैके आपां गुरु मत दे अनुसार चौथे पातशाह जी दी बख्शिश किरपा दे सदका लावां दे पाठ दी विचार करते आ रहे हाँ। अज चौथी लाव दा पाठ आपां गुरु पातशाह जी दी किरपा सदका सरवण कीता है। आओ विचार करिए। विचार दी आरंभता तो पहला आपस विच गुरफतेह दी सांझ पाउणी। प्रेम भावना सत्कार सहित सब ने बोलना जी। आखियो वाहिगुरु जी का खालसा वाहिगुरु जी की फतेह। गुरदेव पातशाह ने जो पिछलेरे दिनां दी विचार बख्शिश कीती, पहली लाव दा पाठ भी आपां सुनिया कर्म दी दृढ़ता। फिर पातशाह जी ने दूजी लाव दे विच किरपा कीती है मेरे मन दे अंदर गुरु नूं मिलण दा चाउ पैदा होवे। फिर पातशाह जी ने बख्शिश कीती है मैं अपने मन मालक परमेश्वर नाल जुड़ के अंदरले तल ते वैरागी हो गया। ते अज दे इस वक्त दौरान साहिबा ने बख्शिश कीती है कि मैनू हुण गुरु मत नाल जुड़िया होण करके सारे फल प्राप्त हो गए। मन चिंदिया फल पाया स्वामी। इत्थे आपां विचार नूं गुरु पातशाह जी दी मत मुताबक करना है।
ਪਾਤਸ਼ਾਹ ਨੇ ਵਿਚਾਰ ਦੀ ਜਿਹੜੀ ਪਹਿਲੀ ਪਾਵਨ ਸਤਰ ਹੈ, ਪੰਕਤੀ ਹੈ, ਉਹਦੇ ਵਿੱਚ ਜ਼ਿਕਰ ਕੀਤਾ। ਆਪਾਂ ਸਾਰਿਆਂ ਨੇ ਇੱਕ ਨਹੀਂ ਅਨੇਕਾਂ ਵਾਰੀ ਉਹ ਪਾਠ ਸੁਣਿਆ। ਹਰ ਚੌਥੜੀ ਲਾਵ ਪਾਤਸ਼ਾਹ ਜੀ ਕਹਿੰਦੇ ਮੇਰੀ ਜੀਵ ਇਸਤਰੀ ਦੀ ਉਹ ਪ੍ਰਭੂ ਪਰਮਾਤਮਾ ਦੇ ਨਾਲ ਜ਼ਿੰਦਗੀ ਦੀ ਚੌਥੀ ਲਾਮ ਹੋ ਚੁੱਕੀ ਹੈ। ਚੌਥੇ ਸਟੈਪ ਦੇ ਵਿੱਚ ਕਹਿ ਲਓ, ਚੌਥੇ ਪੜਾਅ ਦੇ ਵਿੱਚ ਕਹਿ ਲਓ, ਚੌਥੀ ਲਾਮ ਮੇਰੀ ਉਹ ਮਾਲਕ ਜੀ ਨਾਲ ਹੋ ਚੁੱਕੀ ਹੈ। ਇਹ ਚੌਥੀ ਲਾਮ ਦੇ ਵਿੱਚ ਕੀ ਹੈ? ਮਨ ਦੇ ਵਿੱਚ ਪੈਦਾ ਕੀ ਹੋਇਆ? ਸਹਿਜ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਚੌਥੀ ਲਾਮ ਜੁੜਨ ਦੇ ਨਾਲ ਮੇਰੇ ਮਨ ਦੇ ਵਿੱਚ ਉਸ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਹਿਜ ਪੈਦਾ ਹੋ ਗਿਆ। ਅਤੇ ਸੱਚ ਇਹ ਆ, ਜਿਹੜਾ ਸਹਿਜ ਗੁਰੂ ਮੱਤ ਨਾਲ ਮਿਲ ਕੇ ਪ੍ਰਾਪਤ ਹੁੰਦਾ ਨਾ, ਉਹ ਦੁਨੀਆ ਦੇ ਕਿਸੇ ਕੋਨੇ 'ਚੋਂ ਨਹੀਂ ਮਿਲਦਾ। ਕੱਲ੍ਹ ਮੇਰੇ ਮਾਲਕ ਨੇ ਆਨੰਦ ਦੀ ਗੱਲ ਕੀਤੀ। ਆਨੰਦ ਸਹਿਜ ਇੱਕੋ ਹੀ ਗੱਲ ਆ, ਟਿਕਾਊ। ਹੁਣ ਪਾਤਸ਼ਾਹ ਜੀ ਕਹਿੰਦੇ ਮੇਰੀ ਜੀਵ ਇਸਤਰੀ ਦੀ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨਾਲ ਜਾਰੀ ਪੈ ਗਈ, ਲਿਹਾਜ਼ ਪੈ ਗਈ, ਦੋਸਤੀ ਮਿੱਤਰਤਾ ਬਣ ਚੁੱਕੀ ਹੈ। ਇੰਨੀ ਕੁ ਬਣ ਗਈ, ਮੈਨੂੰ ਮੇਰੇ ਗੁਰੂ ਨੂੰ ਮਿਲਿਆ, ਗੁਰੂ ਨਾਲ ਜੁੜਿਆ, ਕੀ ਮਿਲਿਆਗਾ? ਸਹਿਜ ਦੀ ਬਖਸ਼ਿਸ਼ ਹੋਈ ਹੈ, ਸਹਿਜ ਦੀ ਪ੍ਰਾਪਤੀ ਹੋਈ ਹੈ। ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਸਹਿਜ ਦੇ ਵਿੱਚ ਹਰੀ ਦੀ ਪ੍ਰਾਪਤੀ ਹੈ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੈ। ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਅੱਗੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਗੁਰਮੁਖ ਮਿਲਿਆ ਸੁਭਾਏ। ਗੁਰਮੁਖ ਮਿਲਿਆ, ਗੁਰੂ ਦਾ ਪਿਆਰਾ ਮਿਲ ਪਿਆ, ਗੁਰਮੁਖ ਮਿਲਿਆ। ਪਾਤਸ਼ਾਹ ਜੀ ਫਿਰ ਕਹਿੰਦੇ ਨੇ ਸੁਭਾਏ ਹਰ ਮਨ ਤਨ ਮਿੱਠਾ ਲਾਇਆ। ਜਦੋਂ ਮੇਰੀ ਜ਼ਿੰਦਗੀ ਦੀ ਅਵਸਥਾ ਗੁਰਮੁਖਾਂ ਵਾਲੀ ਬਣ ਗਈ, ਜਦੋਂ ਮੇਰੀ ਜ਼ਿੰਦਗੀ ਦਾ ਪੱਖ, ਜ਼ਿੰਦਗੀ ਦਾ ਵੇਸ ਗੁਰਮੁਖ ਜਨਾਂ ਵਾਲਾ ਬਣ ਗਿਆ, ਇਉਂ ਮੰਨ ਲਓ ਸਹਿਜ ਧਾਰੀ ਜੀਵਨ ਬਣ ਗਿਆ ਮੇਰਾ। ਪਰ ਇੱਥੇ ਥੋੜ੍ਹੀ ਜਿਹੀ ਗੱਲ ਨੋਟ ਕਰਨ ਵਾਲੀ ਆ। ਸਾਡੇ ਸਮਾਜ ਦੇ ਵਿੱਚ ਸਹਿਜ ਦੀ ਪਰਿਭਾਸ਼ਾ ਨੂੰ ਸਮਝਣ ਤੋਂ ਬਿਨਾਂ ਕਈ ਵਾਰ ਨਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਇਹ ਬੰਦਾ ਅੰਮ੍ਰਿਤਧਾਰੀ ਅਤੇ ਇਹ ਬੰਦਾ ਸਹਿਜਧਾਰੀ। ਹੁਣ ਕੋਨੇ ਮੋਨਿਆਂ ਨੂੰ, ਨਸ਼ੇ ਕਰਨ ਵਾਲਿਆਂ ਨੂੰ, ਜਿਨ੍ਹਾਂ ਦੇ ਜੀਵਨ ਵਿੱਚ ਵਿਕਾਰਾਂ ਦੀ ਭੁੱਖ ਪ੍ਰਬਲ ਹੈ, ਉਹਨਾਂ ਨੂੰ ਸਹਿਜ ਧਾਰੀਆਂ ਦਾ ਰੁਤਬਾ ਦਿੱਤਾ ਜਾਂਦਾ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਵੀ ਗੁਰਮਤਿ ਦੇ ਅਨੁਕੂਲ। ਇਹ ਬਿਲਕੁਲ ਜਾਇਜ਼ ਨਹੀਂ, ਨਜਾਇਜ਼ ਹੈ, ਧੱਕਾ, ਗਲਤ ਆ। ਅਤੇ ਸਹਿਜ ਦੀ ਪਰਿਭਾਸ਼ਾ ਗੁਰੂ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਕਿਰਪਾ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਮਿਲਿਆ ਸੁਭਾਏ। ਜਦੋਂ ਮੇਰਾ ਜੀਵਨ ਗੁਰੂ ਮੱਤ ਨੂੰ ਦ੍ਰਿੜ ਕਰਕੇ ਮੈਂ ਆਪਣੇ ਜੀਵਨ ਵਿੱਚ ਗੁਰੂ ਦੱਸੇ ਹੋਏ ਮਾਰਗ 'ਤੇ ਤੁਰ ਕੇ ਅਤੇ ਗੁਰੂ ਦੇ ਦੱਸੇ ਹੋਏ ਕਰਮਾਂ ਨੂੰ ਦ੍ਰਿੜ ਕਰਕੇ ਗੁਰਮੁਖ ਬਣ ਗਿਆ, ਫਿਰ ਕੀ ਹੋਇਆ? ਹਰ ਮਨ ਤਨ ਮਿੱਠਾ ਲਾਇਆ। ਹੁਣ ਜਦੋਂ ਮੈਂ ਸਹਿਜ ਦੀ ਅਵਸਥਾ ਵਿੱਚ ਪੜ ਗਿਆ ਨਾ, ਮੇਰੇ ਜੀਵਨ ਵਿੱਚ ਸਹਿਜ ਆ ਗਿਆ, ਟਿਕਾ ਆ ਗਿਆ, ਫਿਰ ਕੀ ਆ? ਫਿਰ ਪਾਤਸ਼ਾਹ ਜੀ ਕਹਿੰਦੇ ਮੇਰੇ ਮਨ ਨੂੰ ਵੀ ਅਤੇ ਮੇਰੇ ਤਨ ਨੂੰ ਵੀ, ਮੇਰੇ ਮਨ ਨੂੰ ਅਤੇ ਮੇਰੇ ਤਨ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਉਹਦੀ ਬਾਣੀ, ਉਹਦੇ ਪਾਵਨ ਬਚਨ ਮਿੱਠੇ ਲੱਗਣ ਲੱਗ ਜਾਂਦੇ ਨੇ। ਹੁਣ ਜਦੋਂ ਆਪਾਂ ਮਿੱਠੇ ਦੀ ਗੱਲ ਕਰਾਂਗੇ ਨਾ, ਅਤੇ ਮਿੱਠੇ ਦਾ ਸਵਾਦ ਚੱਖਣ ਦੇ ਲਈ ਉਸ ਵਾਹਿਗੁਰੂ ਦੀ ਕਿਰਪਾ ਸਦਕਾ ਸਾਨੂੰ ਪਰਮਾਤਮਾ ਨੇ ਇੱਕ ਜ਼ੁਬਾਨ ਦਿੱਤੀ ਹੈ, ਜੀਭ ਦਿੱਤੀ ਆ, ਜਿਹੜੀ ਕੌੜਾ, ਕੁਸੈਲਾ, ਮਿੱਠਾ, ਚਟਪਟਾ ਉਹ ਸਭ ਕੁਝ ਦੱਸਦੀ ਆ। ਇੱਕ ਨਹੀਂ ਅਨੇਕਾਂ ਗੁਣ ਨੇ ਜੀਭ ਵਿੱਚ, ਬੋਲਦੀ ਵੀ ਆ,
ਭੋਜਨ ਪਾਣੀ ਅੰਦਰ ਵੀ ਲੈ ਜਾਂਦੀ ਆ। ਕਿਵੇਂ ਕਿਵੇਂ ਉਹ ਸਾਡੇ ਜੀਵਨ ਦੇ ਵਿੱਚ ਜਿੰਨੇ ਵੀ ਰਸ ਨੇ ਉਹ ਰਸਾਂ ਬਾਰੇ ਦੱਸਦੀ ਆ। ਅਤੇ ਰਸਾਂ ਦੇ ਪੁਆਇੰਟ ਕਿੰਨੇ ਪਾਏ ਹੋਏ ਨੇ, ਮਿੱਠਾ, ਕੌੜਾ, ਕੁਸੈਲਾ, ਚਟਪਟਾ, ਠੰਡਾ, ਤੱਤਾ, ਸਭ ਕੁਝ ਜ਼ੁਬਾਨ ਦੱਸਦੀ ਆ। ਕੋਈ ਬਿਮਾਰੀ ਦੁੱਖ ਆ ਉਹ ਵੀ ਜ਼ੁਬਾਨ ਦੱਸਦੀ ਆ, ਸੁੱਖ ਆ ਉਹਦੇ ਪਰਥਾਏ ਵੀ ਜ਼ੁਬਾਨ ਬੋਲਦੀ ਆ। ਮਤਲਬ ਜ਼ੁਬਾਨ ਦੇ ਵਿੱਚ ਉਹ ਪੁਆਇੰਟ ਕਿਹੜਾ ਜਿਹੜਾ ਹੈ ਹੀ ਨਹੀਂ ਵੇਖਣ ਨੂੰ। ਅਤੇ ਹੁਣ ਚੇਤੇ ਰੱਖਿਓ ਵੀ ਇੱਥੇ ਕਈ ਵਾਰ ਗੱਲ ਆ ਗਈ ਦੁਨਿਆਵੀ ਤਲ 'ਤੇ ਵੀ। ਜੇ ਆਪਾਂ ਰਸ ਨੂੰ ਚੱਖ ਕੇ ਵੇਖੀਏ ਤਾਂ ਜ਼ੁਬਾਨ ਸਾਡੀ ਜ਼ਿੰਦਗੀ ਦੇ ਵਿੱਚ ਅਨੇਕਾਂ ਸਵਾਦਾਂ ਨੂੰ ਭੋਗਦਿਆਂ ਹੋਇਆਂ, ਰਸ ਨੂੰ ਭੋਗਦਿਆਂ ਹੋਇਆਂ ਉਹ ਦੱਸ ਦਿੰਦੀ ਆ। ਮਨ ਅਤੇ ਤਨ, ਇੱਥੇ ਜ਼ਿਕਰ ਕੀਤਾ ਦੋਵਾਂ ਦਾ, ਮਨ ਦਾ ਅਤੇ ਤਨ ਦਾ। ਮਨ ਤਨ ਮਿੱਠਾ ਲਾਇਆ। ਹੁਣ ਇੱਥੇ ਗੁਰੂ ਦਾ ਨਾਮ, ਪਰਮੇਸ਼ਰ ਦੀ ਬੰਦਗੀ, ਰੱਬੀ ਗਿਆਨ ਮੇਰੇ ਮਨ ਨੂੰ ਵੀ ਮਿੱਠਾ ਲੱਗਣ ਲੱਗ ਗਿਆ ਅਤੇ ਤਨ ਨੂੰ ਵੀ ਮਿੱਠਾ ਲੱਗਣ ਲੱਗ ਗਿਆ। ਹੁਣ ਜਿਹੜੀ ਗੱਲ ਆਪਾਂ ਦੁਨਿਆਵੀ ਤਲ 'ਤੇ ਕਰਦੇ ਜ਼ੁਬਾਨ ਦੱਸਦੀ ਆ, ਇੱਥੇ ਕਈ ਵਾਰ ਸਾਨੂੰ ਜ਼ਿੰਦਗੀ 'ਚ ਅਜਿਹੇ ਕੇਸ ਮਿਲਦੇ ਨੇ ਜਿਨ੍ਹਾਂ ਦੇ ਮਨ ਨੂੰ ਪਰਮੇਸ਼ਰ ਦਾ ਨਾਮ ਮਿੱਠਾ ਨਹੀਂ ਲੱਗਦਾ। ਜੀਭ ਨੂੰ ਮਿੱਠਾ ਲੱਗਦਾ, ਤਨ ਨੂੰ ਮਿੱਠਾ ਲੱਗਦਾ। ਜੀਭ ਨੂੰ ਮਿੱਠਾ ਲੱਗਣਾ, ਤਨ ਨੂੰ ਮਿੱਠਾ ਲੱਗਦਾ। ਦੁਨਿਆਵੀ ਤਲ 'ਤੇ ਆਪਾਂ ਕਹਿ ਦਿੰਦੇ ਹਾਂ ਮੇਰੀ ਗੁਰੂ ਨਾਲ ਬਣਦੀ ਆ, ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਮੇਰਾ ਗੁਰੂ ਗੁਰੂ ਨਾਨਕ ਪਾਤਸ਼ਾਹ ਹੈ। ਦੁਨਿਆਵੀ ਤਲ 'ਤੇ ਕਹਿਤਾ ਨਾ, ਪਰ ਕੰਮ ਸਾਰੇ ਗੁਰੂ ਤੋਂ ਉਲਟ। ਜਦੋਂ ਕੰਮ ਸਾਡੇ ਗੁਰੂ ਤੋਂ ਉਲਟ ਹੋ ਗਏ, ਜ਼ੁਬਾਨ ਕੇਵਲ ਦੱਸੇ ਮੇਰੀ ਗੁਰੂ ਨਾਲ ਬਣਦੀ ਆ, ਫਿਰ ਇਉਂ ਪ੍ਰਤੀਤ ਹੁੰਦਾ ਵੀ ਸਾਨੂੰ ਅਜੇ ਤੱਕ ਰਸ ਨਹੀਂ ਆਇਆ। ਜਿਨ੍ਹਾਂ ਨੂੰ ਰਸ ਆ ਜੇ ਨਾ ਉਹ ਫਿਰ ਕਿਤੇ ਹੋਰ ਨਹੀਂ ਜਾਂਦੇ। ਅਤੇ ਹੁਣ ਸਾਡੇ ਜੀਵਨ ਵਿੱਚ ਕਿਹੋ ਜਿਹਾ ਵਿਹਾਰ ਹੈ ਅਤੇ ਆਪਾਂ ਸਾਰਾ ਜਾਣਦੇ ਹਾਂ। ਅਸੀਂ ਕੋਈ ਦਿਨ ਨਹੀਂ ਛੱਡਦੇ ਚਿਰਾਗ ਲਾਉਣ ਕੰਨੋਂ, ਕੰਧਾਂ ਕਾਲੀਆਂ, ਚੂੰਗੜਿਆਂ ਦੇ ਵਿੱਚ ਤੇਲ ਪਾ ਪਾ ਕੇ। ਅੱਜ ਤੱਕ ਉਹਨਾਂ ਤੇਲ ਮਾਤਾ ਪਿਤਾ ਬੱਚਿਆਂ ਦੇ ਸਿਰ ਵਿੱਚ ਝੱਸਿਆ ਹੁੰਦਾ ਨਾ ਤਾਂ ਸ਼ਾਇਦ ਜ਼ਿੰਦਗੀ ਦਾ ਰੁੱਖ ਕੁਝ ਹੋਰ ਹੋਣਾ ਸੀ। ਪਰ ਉਹ ਤੇਲ ਇੱਦਾਂ ਅਜਾਈਂ ਗਵਾਈ ਜਾਂਦੇ ਆ, ਕੋਈ ਕਿਸੇ ਨੂੰ ਮੰਨੀ ਜਾਂਦਾ ਅਤੇ ਕੋਈ ਕਿਸੇ ਨੂੰ। ਅਤੇ ਨਾਲੇ ਕੀ ਕਹਿੰਦੇ ਆ, ਸਾਡਾ ਤਾਂ ਭਾਈ ਗੁਰੂ ਨਾਲ ਨਾਤਾ ਜੁੜਿਆ ਹੋਇਆ ਨਾ। ਹੁਣ ਇੱਥੇ ਜ਼ੁਬਾਨ ਕਰਕੇ ਤਾਂ ਮਿੱਠਾ ਲੱਗਦਾ ਗੁਰੂ ਦਾ ਨਾਮ, ਪਰ ਮਨ ਨੇ ਨਹੀਂ ਮੰਨਿਆ ਵੀ ਮੈਨੂੰ ਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕਿਤੇ ਕੋਈ ਯਕੀਨ ਨਹੀਂ ਹੈ। ਹੁਣ ਜਦੋਂ ਮਨ ਨੇ ਮੰਨ ਲਿਆ ਨਾ, ਫਿਰ ਆਪਾਂ ਕਹਿ ਸਕਾਂਗੇ ਹੁਣ ਮੇਰੇ ਮਨ ਕਰਕੇ ਅਤੇ ਤਨ ਕਰਕੇ ਵਾਹਿਗੁਰੂ ਜੀ ਦਾ ਨਾਮ ਮੈਨੂੰ ਸਵਾਦ ਲੱਗਦਾ, ਮੈਨੂੰ ਮਿੱਠਾ ਲੱਗਦਾ ਗਾ। ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਮਨ ਨੂੰ ਵੀ ਮਿੱਠਾ ਅਤੇ ਤਨ ਨੂੰ ਵੀ ਮਿੱਠਾ। ਅਤੇ ਕਦੇ ਨਾ ਪੰਜਵੇਂ ਪਾਤਸ਼ਾਹ ਨੂੰ ਰੱਬੀ ਪਿਆਰਿਆਂ ਨੇ ਸਵਾਲ ਕੀਤਾ ਵੀ ਤੁਹਾਨੂੰ ਬਾਣੀ ਕਿੰਨੀ ਕੁ ਪਿਆਰੀ ਆ, ਇਉਂ ਕਹਿ ਲਓ ਕਿੰਨੀ ਕੁ ਮਿੱਠੀ ਲੱਗਦੀ ਆ। ਕਈ ਵਾਰ ਮਾਂ ਆਪਣੇ ਬੱਚੇ ਨੂੰ ਪੁੱਛ ਲੈਂਦੀ ਹੈ ਨਾ, ਪੁੱਤ ਤੈਨੂੰ ਮੇਰਾ ਕਿੰਨਾ ਕੁ ਪਿਆਰ ਆਉਂਦਾ। ਅਤੇ ਫਿਰ ਪੁੱਤ ਅੱਗੇ ਪਿਆਰ ਵਿੱਚ ਭਿੱਜ ਕੇ ਮਾਂ ਦੇ ਪਰਥਾਏ, ਆਪਣੇ ਬਾਪ ਦੇ ਪਰਥਾਏ ਹੱਥ ਨਾ ਚੌੜੇ ਕਰਕੇ, ਬਾਹਾਂ ਚੌੜੀਆਂ ਕਰਕੇ ਦੱਸਦਾ, ਇੰਨਾ ਪਿਆਰ ਆਉਂਦਾ ਗਾ, ਇੰਨਾ ਮਿਠਾਸ ਆਉਂਦਾ ਮੈਨੂੰ। ਅਤੇ ਹੁਣ ਗੁਰੂ ਨੂੰ ਆਪਾਂ ਪੁੱਛੀਏ ਵੀ ਤੁਹਾਨੂੰ ਕਿੰਨਾ ਕੁ ਮਿਠਾਸ ਹੈ ਅਤੇ ਇਹ ਗੁਰਬਾਣੀ ਵਿੱਚੋਂ ਕਿੰਨਾ ਕੁ ਸਵਾਦ, ਕਿੰਨਾ ਕੁ ਰਸ ਮਿਲਦਾ। ਅਤੇ ਜਿਹੜਾ ਰਸ ਗੁਰਬਾਣੀ ਦੇ ਵਿੱਚੋਂ ਗੁਰੂ ਨੇ ਦੱਸਿਆ ਨਾ, ਸ਼ਾਇਦ ਕਦੇ ਉਹ ਸਾਡੀ ਅਵਸਥਾ ਬਣ ਜਾਵੇ ਅਤੇ ਜ਼ਿੰਦਗੀ ਦਾ ਰੁੱਖ ਕੁਝ ਹੋਰ ਹੋਵੇਗਾ। ਫਿਰ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ। ਆਹਾ ਦੇਖੋ ਕਿੱਡੀ ਸੋਹਣੀ ਗੱਲ ਕਹੀ ਆ। ਆਪਣੀ ਵਿਚਾਰ ਕੀ ਆ, ਹਰ ਮਨ ਤਨ ਮਿੱਠਾ ਲਾਇਆ। ਮਨ ਕਰਕੇ ਵੀ ਮਿੱਠਾ, ਤਨ ਕਰਕੇ ਵੀ ਮਿੱਠਾ। ਆਪਾਂ ਕੱਲ੍ਹ ਸੁਣਿਆ ਸੀ ਨਾ ਵੀ ਸਾਡੀ ਸੇਵਾ, ਸਾਡਾ ਸਿਮਰਨ, ਸਾਡੀ ਬਾਣੀ ਪੜ੍ਹਨੀ, ਗਿਆਨ ਪ੍ਰਾਪਤ ਕਰਨਾ ਮਜਬੂਰੀ ਨਾ ਹੋਵੇ, ਸ਼ੌਂਕ ਹੋਵੇ, ਚਾਅ ਹੋਵੇ, ਮਜਬੂਰੀ ਨਹੀਂ। ਜੇ ਚਾਅ ਥਕਾਵਟ ਨਹੀਂ ਹੈ, ਮਜਬੂਰੀ ਹੈ, ਸਰੀਰ ਥੱਕ ਜਾਵੇਗਾ। ਹੁਣ ਉਹੀ ਸੇਮ ਗੱਲ ਇੱਥੇ ਬਦਲ ਕੇ ਅੱਖਰਾਂ ਦੇ ਵਿੱਚ ਗੁਰੂ ਸਾਹਿਬ ਨੇ ਫਿਰ ਦੱਸਦੀ ਆਪਾਂ ਨੂੰ। ਕੀ ਕਿਹਾ ਗਾ, ਪਾਤਸ਼ਾਹ ਜੀ ਕਹਿੰਦੇ ਮਨ ਤਨ ਮਿੱਠਾ ਲਾਇਆ। ਮਨ ਨੂੰ ਵੀ ਬਾਣੀ ਮਿੱਠੀ ਲੱਗੇ ਅਤੇ ਤਨ ਨੂੰ ਵੀ ਬਾਣੀ ਮਿੱਠੀ ਲੱਗੇ। ਅਤੇ ਪਹਿਲਾ ਪੁਆਇੰਟ ਕੀ ਵਰਤਿਆ, ਮਨ ਦਾ। ਹੁਣ ਆਪਣੇ ਤਨ ਨੂੰ ਸਾਰਿਆਂ ਨੂੰ ਬਾਣੀ ਚੰਗੀ ਲੱਗਦੀ ਆ, ਮਨ ਨੂੰ ਬਾਣੀ ਨਹੀਂ ਚੰਗੀ ਲੱਗਦੀ। ਕਦੇ ਪੁੱਛ ਕੇ ਦੇਖੋ ਆਪਣੇ ਮਨ ਨੂੰ।
कदे आपां अपने मन नूं पुछ के देखिए भी सानूं गुरु की बाणी चंगी लगती है ना। मन अजे गिणती च कदों निबड़ू टाइम, कदों मैं उठा, कदों मैं विहला होवां, कदों मैं जाके गल्लां मारां। मन कहंदा उठ छेती नवेड़ काम। तन थक्या हुआ गा, क्यों जो मन ने ना करती ना तन नूं थकावट ऐटोमैटिक ही आ जाती है। तो जे मन विच चाह गा, कल सी ना मन चाओ भया, मन विच चाह, फिर की है, फिर थकावट नहीं है। इत्थे गुरु ने गल कही है, मन तन हर मिठा लाया बलराम जियो, मेरे मन नूं बाणी मिठी लगदी है। तो हुण वो गल आपां कर रहे सी भी आपां अपनी जिंदगी दे विच अपने मन तो ही पुछिए भी तैनूं बाणी किन्नी क मिठी लगदी है। शायद नहीं। अच्छा, बच्चे नूं कोई भोजन स्वाद लगदा, उन्हें अपनी माँ नूं बाप नूं सुनेहा लाता भी आ भोजन मैं छकना, मिठा लगदा ना, स्वाद लगदा गा। हुण बच्चा रोऊगा, वो भोजन दे बदले कुट भी खाऊगा, वो भोजन दे बदले बद दुआवां भी लऊगा अपने मापे तो। माँ प्यो कहते नहीं नहीं खाना गा, तो बच्चा कहता मैं छकना, बच्चे नूं चंगा लगदा ना। हुण चेता रखियो, इत्थे गुरु बच्चा नहीं है, पर गुरु ने जिन्नियां उदाहरणां दित्तियां बच्चियां वर्गियां दित्तियां ने। तो इत्थे गुरु नूं बाणी इन्नी मिठी लगदी आ, इन्नी मिठी लगदी आ, इस बाणी दी खातर पातशाह जी तत्ती लोह ते बैठ गए। मेजर कारण जिहड़ा मेन कारण सी ना वो यही सी। वैसे कारण तत्ती लोह ते बैठण दे होर बहुत लिखे मिलते ने, पर मेन कारण ये है। फिर ताइयों लिखिया ना, हमारी प्यारी अमृत धारी। अमृत धारी तो भाव अत दर्जे दी मिठी, जिहदे वर्गा होर मठास दुनिया विच किसी कोने च नहीं है। वो मठास किहड़ा बाद विच आपां गुरु तो पुछांगे भी किहड़ा मठास आ, सानू नहीं अज तक पता लग्या। वाहिगुरू भला करे, साडे समाज दे जिहड़े हालात आ ना वो इदां डिग रहिंदे ने, अखां मीचो वाहिगुरू वाहिगुरू। देखो मैं वाहिगुरू वाहिगुरू करन दे विरोध विच नहीं हाँ, जरूर वाहिगुरू दी बख्शिश सदका आपां नूं रब दा सिमरन करना चाहिदा। राम अल्लाह खुदा वाहिगुरू दा जाप अद्धा घंटा 20 मिनट जिन्ना वक्त मिलदा करना चाहिदा। पर बहुतियां दा सुभाਅ की आ, कहंदे रब दा सिमरन करदे आ, वाहिगुरू करदे आ, बाणी पढ़दे आ, तुहाडी 10वें द्वार विच कदे मठास रस मिलिया? ते जवाब की हुंदा, हाँ। किहड़ा रस? जो ना नहात्यां तो पखे थल्ले होया रेसा चलन लग जांदा, इवें जिवें सुरत च दिमाग च रेसा डिगण लग जाता, सिर च रेसा डिगण लगदा। अच्छा, वो रेसे नूं ही कमले लोग रस मन्नी बैठे। देखो हुण की मन्नांगे आपां? सोनू एक नहीं 99 विचों ना सॉरी 100 दे विचों तुहानूं 70% लोग मिल जाणगे जिहड़े अपने रेशे नूं ना अमृत रस मन्नी बैठे नेगे। सोचो हुण आपां गुरु नूं पुछो वो अमृत रस किहड़ा गा? गुरु कहना गुरु दा नाम। चलो बाबा फरीद साहब जी का ना तजर्बा बहुत बड़ा उन्हां दा, क्योंकि जिहड़े बंदे दा तजर्बा होवे ना आपां उहनूं अक्सर गल पुछ ही लैंदे आ भी तुहानूं राम रस मिलिया, परमात्मा दा रस स्वाद लग्या नाम रूपी? वो कहंदा हाँ। किन्ना को? हुण मन लो बाबा फरीद साहब जी ना मोटियां मोटियां साडी रसोई च पईयां होईयां कुछ वस्तुआं गिणतियां, शक्कर, खंड, नवात, गुड़, दुध, शहद आ गिणता, ये रसोई च पिया साडी च। हुण जदों आपां रसोई दे विच पए होए पदार्थां विचों वेखांगे ना, मिठा की आ? शक्कर बहुत मिठी आ, गुड़ बहुत मिठा, नवात मिश्री बड़ी मिठी आ, शहद बड़ा मिठा, दुध बहुत मिठा। हुण बाबा फरीद साहब जी ने ये सारियां चीज़ां दा जिक्र करके की कहा? फरीदा शक्कर, खंड, नवात, गुड़, माखियों, माझा, दुध सभे वस्तु मिठियां। ये सारियां वस्तुआं ना अति मिठियां ने जिन्हां दा नाम लैता। सभे वस्तु मिठियां, पर अगे की कहेगा? रब ना पुजन तुद, परमात्मा दे नाम तक, वो वाहिगुरू जी दे रस तक, नाम रस तक, ये वस्तुआं दे विचों कोई भी वस्तु पहुँच नहीं सकती। फिर गहां वध जाओ आपां,
इन्हां 5-6 वस्तुआं नूं मिला लवो, मतलब इन्हां दा काढ़ा बना लवो, फिर भी वो परमात्मा के नाम रस तक नहीं पहुँचेगी। आ राम रस किहड़ा गा, इनू भगत कबीर साहब ने अगे लिखिया गा, राम रस पिया रे जिह रस बिसर गए रस और। पातशाह जी कहते मैं रब्बी रस पी लिया, जेड़ा रस पीण करके मेरे सारे जिंदगी दे रस बिसर गए, खत्म हो गए, जिंदगी दे रस स्वाद पासे चले गए। हुण गुरु साहब जी कहते वो रस है नाम रूपी रस, परमात्मा दा गुरबाणी रूपी ज्ञान रूपी अमृत रस। अमृत रस अत भला जित पीता, जिन्हां ने पी लिया तिख जाए, उन्हां दी तिख प्यास बुझ जाती है, प्यास भाव उन्हां दी भुख मर जाती है। हुण 2 किस्मां करके बंदा भुखा गा, एक शरीर करके, एक मन करके, नीत करके। भुख दुख नूं जन्म दिंदा, भुखा बंदा शरीर करके, भुखा बंदा चोरी करू, ठगी मारू, धोखा करू, लुट्टू खोहू, उत्थों पाप शुरू हुंदे ने। हुण किसी नूं मारना, लुटना, खोहना की शुरू हो गया, पाप अपराध शुरू हो गए ना। भुख ने दुख नूं जन्म दे दिता। अच्छा जे आपां भुख करके वेखीए, दुनिया विच बहुत लोग ने जिहड़े भुख दे सताए होए ने, बहुत गिणती उन्हां दी विचारियां दी। पर जे आप दूजे पासे दूजी जिहड़ी गुरु दसदा ना गिणती, वो करके वेखीए, वो भी अणगिणत लोग ने, वो आ शरीरक भुख नालों वध के ने जिहड़े नीयत करके भुखे ने। है सब कुछ नीत भुखी है। हुण गुरु साहब जी कहंदे जिहड़ा बंदा नीत करके भुखा होवे वो देश नूं तबाह कर दिंदा, ते जिहड़ा बंदा नीत करके रज्जिया होवे वो देश नूं भाग ला आंदा हरियावल। उदाहरण अपने घर चो ले लो, परिवार का मैंबर नीत करके रज्जिया जिम्मेवार बंदा, तो सारा परिवार खुश आ। ते जे नीत करके भुखा ना, तो चेता रखो सारा परिवार वो जिम्मेवार बंदे तो दुखी आ। इस नूं घर की उदाहरण आ, यही देश की समाज की उदाहरण आ। नीत करके जिहड़ा भुखा वो तबाह कर दिंदा, ते जिहड़ा नीत करके रज्जिया वो निर्वाह कर दिंदा। निर्वाह भाव सोहनी कारजुगारी। हुण गुरु साहब सानू नीत करके रजाउणा चाहुंदे ने, बाणी ना सानू नीयत करके बलवान करना चाहुंदी आ। शरीरक भुख तां आउंदी जांदी रहिंदी आ, पर नीयत करके रज्जिया होवे। जे शरीरक भुख की गल करिए ना, इत्थे गुरु प्यारिਆਂ ਦਾ ਉਹ जीवन आ जिन्हां दे घर विच अद्धा अद्धा फुलका उन्हां नूं खाण नूं मिलदा, एक एक खाण नूं मिलदा, ਉਹਦੇ ਵਿੱਚੋਂ भी किसी दे हत्थ से धर दिंदे ने, ले अद्धा तूं खा ला ते अद्धा मैं खा लैना। ये साडे इतिहास के स्रोत तत्थ ने, ज्ञान आगा भी देखो तेरे परिवार दे विच आ सूरमे आ योधे नीत करके रजे हुए सी। अज साडी कौम दे जिन्ने राजे ने, मंत्री, बड़े मंत्री, छोटे मंत्री, बिरलिਆਂ ਨੂੰ छड्ड के सारे नीत करके भुखे ने। वो भुख चाहे वकारां दी आ ते चाहे पदार्थां दी आ। हुण 5 वकार भी है ना, चाहे तो वो वकारां करके बंदा भुखा, अखियां वेखन रजियां बो रंग तमासे, चाहे तो बकारां करके भुखा, तो चाहे वो बंदा पदार्थां करके भुखा। जिहड़ी नीयत करके भुखा गुरु साहब जी कहंदे तबाह कर दिंदी है। इत्थे गल चली सी अमृत रस दी। अमृत रस भाव गुरु दा ज्ञान गुरबाणी सानू अंदरों भाई रजा दिंदी है, तृप्त कर दिंदी है। फिर अगे पाशा जिक्र करते ने, हर मीठा लाया मेरे प्रभ पाया, आन दिन लिव लव लंदन हर लिव लाए। मेरे मन विच वाहिगुरू दा नाम मिठा लगन लग गया, ते हुण आन दिन दिन रात मेरी लिव, लिव मीनज ध्यान गुरु नाल जुड़ गया। हुण मैं करदा तां घर दे काम आ, ते ध्यान मेरा गुरु नाल जुड़िया होया। मैं रस्ते जानागा, ध्यान गुरु ते आ। ਜਦੋਂ ਨਾ ਆਪਾਂ ਆਪਣੇ ਕੰਮ ਕਰ ਰਹੇ ਹਾਂ ਹੱਥਾਂ ਦੇ ਨਾਲ, ਹਾਥ ਪਾਉ ਸਭ ਕਾਮ ਚੀਤ ਨਰੰਜਨ ਨਾਲ, ਅਵਸਥਾ ਇਹ ਬਣ ਗਈ ਉਠਤ ਬੈਠਤ ਸੋਭਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਹ ਅਵਸਥਾ ਬਣ ਗਈ ਨਾ, ਫਿਰ ਗੁਰੂ ਸਾਡੇ ਕਾਰਜਾਂ ਵਿੱਚ ਨਾ ਮਦਦ ਕਰਦਾ ਆ ਕੇ। ਇਹ ਸੱਚ ਆ। ਤੇ ਅੱਜ ਦਾ ਵਿਸ਼ਾ ਕੀ ਆ? ਮਨ ਚਿੰਦਿਆ ਫਲ ਪਾਇਆ। ਇਹ ਲਾਮਦੀ ਪਾਠ ਦਾ ਵਿੱਚੋਂ ਆਪਾਂ ਵਿਸ਼ਾ ਚੁਣਿਆਗਾ। ਉਹ ਇਸ ਪੰਕਤੀ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਮਨ ਚਿੰਦਿਆ मन भाउंदा। देखो मन चिंदिया का अर्थ की आ? मन भाउंदा।
ਹੁਣ ਮੰਨ ਲਓ ਕਈ ਵਾਰ ਨਾ ਬੰਦੇ ਸਵਾल कर ਦਿੰਦੇ ਨੇ ਜੀ ਬਾਣੀ ਦੀ ਤੁਕ ਇਹ ਢੁਕਦੀ ਨਹੀਂ ਹੈ ਆਪਣੇ ਤੇ। ਧਿਆਨ ਦਿਓ, ਪੂਰਾ ਫੁੱਲ ਵਟਾ ਫੁੱਲ ਧਿਆਨ ਦਿਓ ਇੱਥੇ। ਕਿਵੇਂ? ਇਹ ਇੱਕ ਪੰਗਤੀ ਨਹੀਂ, ਇਹਦੇ ਨਾਲ ਮਿਲਵੀਆਂ ਪੰਗਤੀਆਂ ਹੋਰ ਵੀ ਬੜੀਆਂ। ਗੁਰਬਾਣੀ ਦਾ ਪਾਠ ਹੋਰ ਵੀ ਬੜਾ ਗਾ। ਆਪਾਂ ਪੜ੍ਹਦੇ ਹਾਂ ਨਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗਾਂਗੇ ਆਪਣੇ ਮਾਲਕ ਤੋਂ ਉਹ ਉਹੀ ਦੇ ਦਿੰਦਾ। ਮੰਨ ਲਓ ਹੁਣ ਗੁਰੂ ਕਹਿੰਦਾ ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ। ਗੁਰੂ ਨੇ ਕਹਿਤਾ ਨਾ, ਪੀਣੀ ਨਹੀਂ, ਨਸ਼ਾ ਨਹੀਂ ਕਰਨਾ, ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ। ਤਾਂ ਜਿਤ ਪੀਤੈ ਦੁਰਮਤ ਮਦ ਜੋ ਪੀਵਤੇ, ਉਹਨਾਂ ਦੀ ਪੱਤ, ਉਹਨਾਂ ਦੀ ਮੱਤ ਕਮਲੀ ਹੋ ਜਾਂਦੀ ਹੈ, ਬਿਖਲੀ, ਉਹਨਾਂ ਦੀ ਪੱਤ ਖਿਲਰ ਜਾਂਦੀ ਹੈ, ਬੇਪੱਤ ਹੋ ਜਾਂਦੇ ਨੇ, ਬੇਇੱਜ਼ਤੇ ਹੋ ਜਾਂਦੇ ਨੇ ਉਹ ਜਿਹੜੇ ਭਾਵ ਆਪਣੇ ਜੀਵਨ ਨੂੰ ਖੋਟੇ ਰਸ ਨਾਲ ਜੋੜ ਲੈਂਦੇ ਨੇ। ਠੀਕ ਹੈ ਨਾ। ਹੁਣ ਗੁਰੂ ਕਹਿੰਦਾ ਵਿਕਾਰਾਂ ਤੋਂ ਦੂਰ ਰਹਿਣਾ। ਮਨ ਰੇ ਕੌਣ ਕੋ ਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ। ਦੇਖੋ ਮਨ ਨੇ ਪਰ ਦਾਰੇ ਨੂੰ ਕਬੂਲ ਕਰ ਲਿਆ, ਭਾਵ ਪਰ ਇਸਤਰੀ ਨੇ ਪਰ ਮਰਦ ਨੂੰ, ਨਸ਼ੇ ਨੂੰ ਕਬੂਲ ਕਰ ਲੈਣਾ। ਅੱਛਾ, ਉਹ ਬੰਦਾ ਭਾਵਨਾ ਲੈ ਕੇ ਇੱਥੇ ਆ ਗਿਆ ਮੰਨ ਲਓ, ਤੇ ਬੰਦੇ ਕੀ ਕਹਿੰਦੇ ਨੇ ਜੀ ਬਾਣੀ 'ਚ ਲਿਖਿਆ ਜੋ ਮੰਗੈ ਠਾਕੁਰ ਆਪਣੇ ਤੇ। ਹੁਣ ਅਸੀਂ ਤਾਂ ਮੰਗੀਏ ਘਰ ਦੀ ਸ਼ਰਾਬ, ਕੀ ਸਾਨੂੰ ਗੁਰੂ ਘਰ ਦੀ ਸ਼ਰਾਬ ਦੇ ਦੂਗਾ? ਇਹ ਗੱਲ ਸਾਡੇ ਵੀ ਦਿਮਾਗ ਦੇ ਵਿੱਚ ਗੇੜਾ ਖਾਊਗੀ ਵੀ ਵਾਕਈ ਯਾਰ ਸਹੀ ਗੱਲ ਆ, ਸੋਚਣ ਵਾਲੀ ਗੱਲ ਆ ਨਾ। ਵੀ ਗੁਰੂ ਨੇ ਕਿਹਾ ਜੋ ਮੰਗੈ। ਹੁਣ ਜੋ ਮੰਗਣ ਦੇ ਵਿੱਚ ਬੁਰੇ ਬਕਾਰਾਂ ਦੇ ਪਿੱਛੇ ਲੱਗ ਕੇ ਬਹੁਤ ਕੁਛ ਆਉਂਦਾ। ਚੋਰੀ ਦੀ ਦਾਤ, ਠੱਗੀ ਦੀ ਦਾਤ, ਧੋਖੇ ਦੀ ਦਾਤ, ਨਸ਼ੇ ਦੀ ਦਾਤ। ਬੰਦਾ ਮੰਗੂ ਨਾ, ਵੈਸੇ ਦਾਤ ਨਹੀਂ, ਆਪਾਂ ਜੋੜ ਰਹੇ ਹਾਂ ਗੱਲ ਨੂੰ ਵੀ ਭਾਵ ਇੱਦਾਂ ਬੰਦਾ ਬੁਰੇ ਖਿਆਲਾਂ ਨੂੰ ਮੁੱਖ ਰੱਖ ਕੇ ਕੁਛ ਮੰਗ ਸਕਦਾ। ਕੀ ਗੁਰੂ ਪੂਰੀ ਕਰੇਗਾ? ਕਰੂਗਾ। ਕਿਉਂ? ਕਿਉਂਕਿ ਗੁਰੂ ਗਰੀਬ ਨਵਾਜ਼ ਹੈਗਾ। ਪਰ ਜਿਹੜੇ ਬੰਦੇ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰਤਾ, ਹੁਣ ਉਹਦੇ ਜੀਵਨ ਵਿੱਚ ਦੇਖਣੀ ਹੈ ਇਹ ਬਾਣੀ। ਆਪਾਂ ਢਾਲ ਕੇ ਆਪਾਂ ਬਕਾਰੀ ਬੰਦੇ ਅੰਦਰ ਨਹੀਂ, ਚਲੋ ਮੰਨ ਲਓ ਜਿਹੜਾ ਬਕਾਰੀ ਆ ਨਾ ਉਹਦੇ ਜੀਵਨ ਵਿੱਚ ਵੀ ਆਪਾਂ ਬਾਣੀ ਢਾਲ ਲਓ। ਕਹਿੰਦੇ ਇੱਕ ਵਾਰ ਨਾ ਰਾਜਾ ਰਣਜੀਤ ਸਿੰਘ ਨੇ ਇੱਕ ਧਾੜਵੀ ਨੂੰ ਪਕੜ ਲਿਆ ਤੇ ਪਕੜ ਕੇ ਉਹਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਹ ਧਾੜਵੀ ਪਹਿਲਾਂ ਵੀ ਖਤਰਨਾਕ ਸੀ ਤੇ ਜੇਲ੍ਹ ਵਿੱਚ ਕੈਦ ਵਿੱਚ ਬੰਦ ਕਰ ਦਿੱਤਾ ਨਾ, ਫਿਰ ਵੀ ਉਹ 24 ਘੰਟੇ ਬਦਦੁਆਵਾਂ ਦਿੰਦਾ ਰਹਿੰਦਾ। ਜੋ ਵੀ ਉਹਨੂੰ ਸਾਹਮਣੇ ਦੀਂਦਾ ਗਾ ਉਹਨੂੰ ਆਪਣੇ ਵੱਲੋਂ ਗਾਲੀ ਗਲੋਚ ਕਰਨੀ, ਟੱਕਰਾਂ ਮਾਰਨੀਆਂ, ਟੱਪਣਾ, ਰੌਲਾ ਪਾਉਣਾ, ਫਿਰ ਵੀ ਉੱਥੇ ਹੀ ਕੰਮ ਕਰਦਾ ਗਾ। ਹੁਣ ਇੱਕ ਦਿਨ ਕੀ ਹੋਇਆ, ਉਹ ਕਲਪਿਆ ਹੋਇਆ ਗਾ, ਬਹੁਤ ਜ਼ਿਆਦਾ ਕਲਪਿਆ ਹੋਇਆ ਨਾ। ਤੇ ਕਹਿੰਦੇ ਇੱਕ ਦਿਨ ਉਹਨੇ ਆਪਣੀ ਜਿਹੜੀ ਕੈਦਖਾਨੇ ਦੇ ਵਿੱਚ ਰਹਿ ਰਿਹਾ ਨਾ, ਉਸ ਕੈਦਖਾਨੇ ਦੇ ਵਿੱਚ ਰੇਤਾ ਬਹੁਤ ਚੜ੍ਹਿਆ ਪਿਆ ਗਾ। ਉਹਨੇ ਸੋਚਿਆ ਵੀ ਆਪਾਂ ਅੱਜ ਸਫਾਈ ਕਰ ਲਗੇ ਯਾਰ, ਇੰਨਾ ਰੇਤਾ ਚੜ੍ਹਿਆ ਪਿਆ, ਬੇਕਾਰ ਹੋਇਆ ਪਿਆ ਜਿੱਥੇ ਰਹਿਣ ਵਾਲੀ ਥਾਂ ਗੀ, ਕਮਰਾ ਆਪਣਾ। ਤੇ ਜਦੋਂ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਨਾ, ਤੇ ਸੱਚ ਜਾਣੋ ਉਹਨੂੰ ਇੱਕ ਬੁੱਕ ਮਿਲੀ, ਕਿਤਾਬ ਮਿਲੀ। ਇੱਕ ਧਾੜਵੀ ਨੂੰ ਇੱਕ ਕਿਤਾਬ ਮਿਲੀ। ਇਹ ਉਹ ਧਾੜਵੀ ਜਿਹੜਾ ਰੋਜ਼ਾਨਾ ਚੋਰੀਆਂ, ਠੱਗੀਆਂ, ਧੋਖਾ, ਬੇਈਮਾਨੀਆਂ ਕਰਦਾ, ਲੁੱਟਾਂ ਖੋਹਾਂ ਕਰਦਾ ਗਾ। ਅੱਜ ਕਿਤਾਬ ਮਿਲੀ ਨਾ, ਤੇ ਉਸ ਕਿਤਾਬ ਦੇ ਵਿੱਚੋਂ ਜਦੋਂ ਖੋਲ੍ਹ ਕੇ ਵੇਖਿਆ ਇੱਕ ਸ਼ਬਦ ਮਿਲਿਆ। ਉਹ ਸ਼ਬਦ ਕਿਹੜਾ ਮਿਲਿਆ ਗਾ? ਜਾਕੋ ਮੁਸ਼ਕਿਲ ਅਤ ਬਣੈ ਢੋਈ ਕੋਈ ਨਾ ਦੇ। ਕਹਿੰਦੇ ਜਿਨ੍ਹਾਂ ਨੂੰ ਅਤੀ ਮੁਸ਼ਕਿਲ ਬਣ ਜੇ ਨਾ ਦੁਨੀਆ ਦੇ ਵਿੱਚ, ਉਹਨਾਂ ਨੂੰ ਕੋਈ ਢੋਈ ਨਹੀਂ ਦਿੰਦਾ। ਸਭੋ ਭੱਜੈ ਆਸਰਾ, ਸਾਰੇ ਆਸਰੇ ਨੂੰ ਟੁੱਟ ਜਾਂਦੇ, ਪਰ ਇੱਕ ਆਸਰਾ ਰਹਿ ਗਿਆ ਬਾਕੀ। ਉਹ ਕਿਹੜਾ? ਉਹ ਪਰਮੇਸ਼ਰ ਪਰਮਾਤਮਾ ਵਾਲਾ, ਉਹ ਪਰਮੇਸ਼ਰ ਪਰਮਾਤਮਾ ਵਾਲਾ ਆਸਰਾ ਹੈਗਾ। ਜਦੋਂ ਉਹਨੇ ਇੱਦਾਂ ਦਾ ਲੇਖ ਕਹਿ ਲਓ, ਕਹਾਣੀ ਕਹਿ ਲਓ, ਉਸ ਬੁੱਕ ਦੇ ਵਿੱਚੋਂ ਪੜ੍ਹ ਲਈ, ਉਹਦੇ ਮਨ ਨੂੰ ਸਕੂਨ ਮਿਲਿਆ, ਉਹਦੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲੀ। ਇਹ ਉਹ ਜਵਾਬ ਆ ਗੱਲ ਦਾ। ਕਿਹੜੀ ਦਾ? ਜਿਹੜਾ ਬੰਦਾ ਕਹਿੰਦਾ ਜੀ ਇੱਥੇ ਖੜ੍ਹ ਕੇ ਆਪਾਂ ਗਲਤ ਮੰਗ ਸਕਦੇ ਹਾਂ, ਕੀ ਸਾਡੀ ਮੰਗ ਗੁਰੂ ਪੂਰੀ ਕਰੇਗਾ? ਕਰੂਗਾ। ਪਰ ਸੱਚ ਜਾਣੋ ਜਿਹੜਾ ਗੁਰੂ ਕੋਲੇ ਆ ਗਿਆ ਉਹਨੂੰ ਗਲਤ ਮੰਗ ਹੀ ਨਹੀਂ ਮੰਗਦਾ। ਹੁਣ ਕੋਈ ਅਜਿਹਾ ਬੱਚਾ ਹੋਵੇਗਾ ਜਿਹੜਾ ਸਿਆਣਾ ਹੋਵੇਗਾ ਤੇ ਬਾਪੂ ਨੂੰ ਕਹੇ ਮੈਨੂੰ ਤਾਂ ਸ਼ਰਾਬ ਚਾਹੀਦੀ ਹੈ, ਮੈਨੂੰ ਨਸ਼ੇ ਚਾਹੀਦੇ ਨੇ, ਮੈਨੂੰ ਵਕਾਰੀ ਕਾਰਜ ਕਰਨ ਦੇ ਲਈ ਗਲਤ ਚੀਜ਼ਾਂ ਇਸਤੇਮਾਲ ਕਰਨ ਦਾ ਜੀ ਕਰਦਾ ਨਾ, ਡਰੂ, ਬਾਪੂ ਤੋਂ ਡਰਦਾ ਨਾ। ਚਲੋ
ਹੁਣ ਇੱਥੇ ਗੁਰੂ ਕੋਲੇ ਆ ਗਏ, ਰੱਬ ਜੀ ਅੱਗੇ ਆ ਗਏ, ਤੇ ਆਪਾਂ ਕਦੇ ਵੀ ਨਹੀਂ ਮੰਗਾਂਗੇ ਵੀ ਸਾਨੂੰ ਵਿਕਾਰੀ ਭਾਵਨਾ ਨੂੰ ਮੁੱਖ ਰੱਖਦੇ ਫਲਾਨੀ ਪਦਾਰਥ ਫਲਾਨੀ ਵਸਤੂ ਦੇ। ਹੁਣ ਉਹ ਧਾੜਵੀ ਹੈ ਜਿਹੜਾ ਰੋਜ਼ ਚੋਰੀਆਂ ਦੀ ਦਾਤ ਮੰਗਦਾ, ਰੋਜ਼ ਠੱਗੀਆਂ ਮਾਰਦਾ, ਧੋਖਾ ਬੇਈਮਾਨੀ ਕਰਦਾ, ਪਰ ਅੱਜ ਇੱਕ ਸਬਕ ਪੜ੍ਹ ਕੇ ਨਾ, ਇੱਕ ਲੇਖ ਪੜ੍ਹ ਕੇ ਜੀਵਨ ਦੀ ਤਬਦੀਲੀ ਆ ਗਈ। ਕਿਉਂ ਕਲਪੀ ਜਾਨਾ? ਮਨ ਨੇ ਅੰਦਰ ਮੈਸੇਜ ਪਾਤਾ, ਉਹ ਲੇਖ ਪੜ੍ਹ ਲਿਆ, ਮਨ ਨੇ ਮੈਸੇਜ ਪਾਤਾ, ਕਿਉਂ ਕਲਪਿਆ ਪਿਆ, ਮਾੜਾ ਮੋਟਾ ਕੋਈ ਚੱਜ ਦਾ ਕੰਮ ਕਰ ਲਾ। ਜੇਲ੍ਹ ਵਿੱਚ ਰਹਿ ਕੇ, ਕੈਦਖਾਨੇ ਵਿੱਚ ਰਹਿ ਕੇ ਵੀ ਟੱਪ ਨਹੀਂ ਰਿਹਾ। ਦੇਖ, ਤੇਰੀਆਂ ਬੁਰੀਆਂ ਆਦਤਾਂ ਤੋਂ ਪਹਿਲਾਂ ਲੋਕ ਡਰਦੇ ਸੀ ਦੁਨੀਆ ਦੇ ਵਿੱਚ, ਤੇਰਾ ਨਾਮ ਬਦਨਾਮ ਸੀ। ਦੇਖ ਕੇ ਹਰ ਕੋਈ ਦਰਵਾਜ਼ਾ ਬੰਦ ਕਰ ਲੈਂਦਾ ਸੀ। ਕੋਈ ਰਸਤੇ ਵਿੱਚ ਆ ਰਿਹਾ ਨਾ, ਤੇਰਾ ਪਤਾ ਲੱਗ ਗਿਆ ਤੂੰ ਖੜਾਂਗਾ, ਅਗਲਾ ਰਸਤਾ ਛੱਡ ਜਾਂਦਾ ਸੀ ਵੀ ਪਾਸੇ ਦੀ ਲੰਘ ਚੱਲੋ। ਅੱਜ ਤੂੰ ਕੈਦਖਾਨੇ ਵਿੱਚ ਬੰਦ ਆ, ਜਿੱਥੇ ਤੇਰੀ ਕੋਈ ਪਹੁੰਚ ਨਹੀਂ ਹੈ, ਕੋਈ ਸੁਣਵਾਈ ਨਹੀਂ ਹੈ, ਤੇਰਾ ਕੋਈ ਆਸਰਾ ਨਹੀਂ ਹੈ, ਨਾ ਮਾਂ ਪਿਓ ਨਾ ਭੈਣ ਭਾਈ। ਜਿੰਨਾ ਕਰਕੇ ਤੂੰ ਲੁੱਟ ਖੋਹ ਕਰਦਾ ਸੀ ਉਹ ਵੀ ਤੇਰਾ ਆਸਰਾ ਨਹੀਂ ਬਣੇ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰ ਆਪੈ ਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਇੱਦਾਂ ਦੇ ਖਿਆਲ ਬਣੇ ਨਾ, ਉਹ ਚੁੱਪ ਹੋ ਗਿਆ, ਸ਼ਾਂਤ ਹੋ ਗਿਆ, ਜਿਹਨੂੰ ਆਪਾਂ ਕਹਿ ਲਈਏ। ਕਾਫੀ ਦਿਨ ਗੁਜ਼ਰ ਗਏ, ਜਿੰਨੇ ਆਸੇ ਪਾਸੇ ਪਹਿਰੇਦਾਰ ਸੀ ਨਾ, ਉਹ ਕਹਿੰਦੇ ਯਾਰ ਫਲਾਨਾ ਕੈਦੀ ਬਹੁਤ ਰੌਲਾ ਪਾਉਂਦਾ ਸੀ ਨਾ, ਕਲਪਿਆ ਪਿਆ ਸੀ, ਇੱਕਦਮ ਚੁੱਪ ਕਿਉਂ ਹੋ ਗਿਆ? ਪਤਾ ਤਾਂ ਕਰੀਏ ਮਰ ਮੁਰ ਨਾ ਗਿਆ ਹੋਵੇ। ਜਦੋਂ ਵੇਖਿਆ ਉਹ ਬਿਲਕੁਲ ਸ਼ਾਂਤ ਆ। ਅੱਗੇ ਕਿਸੇ ਨੂੰ ਵੇਖ ਕੇ ਬਦ ਦੁਆਵਾਂ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੰਦਾ ਸੀ, ਕਿ ਹੋਰ ਤਾਂ ਉਹਦੀ ਕੋਈ ਬਾਂਹ ਨਹੀਂ ਚੱਲਦੀ ਗੀ, ਬੁਰੇ ਸ਼ਬਦ ਬੋਲਣੇ ਸ਼ੁਰੂ ਕਰ ਦਿੰਦਾ ਸੀ, ਅਪ ਸ਼ਬਦ। ਅੱਜ ਚੁੱਪ ਹੈ। ਹੁਣ ਸਾਰੇ ਪਹਿਰੇਦਾਰ, ਸਾਰੇ ਆਸੇ ਪਾਸੇ ਰਹਿਣ ਵਾਲੇ, ਕੋਈ ਵੀ ਕੰਮ ਧੰਦਾ ਕਰਨ ਵਾਲੇ ਅਹਿਲਕਾਰ ਜੋ ਰਾਜੇ ਦੇ ਨੇ, ਸਾਰੇ ਹੈਰਾਨ ਵੀ ਯਾਰ ਐਡਾ ਇਹਨੂੰ ਕੀ ਕੁਛ ਸਿੱਖਣ ਨੂੰ ਮਿਲ ਗਿਆ। ਇੱਕਦਮ ਇਹ ਚੁੱਪ ਹੋ ਗਿਆ, ਇੱਕਦਮ ਇਹ ਸ਼ਾਂਤ ਹੋ ਗਿਆ, ਇੱਕਦਮ ਇਹਦਾ ਜ਼ੁਬਾਨ ਦੇ ਵਿੱਚੋਂ ਬੋਲ ਖਤਮ ਹੋ ਗਿਆ। ਅਜਿਹੀ ਇਹਨੂੰ ਕੀ ਕੁਛ ਮਿਲ ਗਿਆ? ਗੱਲਬਾਤ ਕੀਤੀ, ਕਹਿੰਦਾ ਮੈਨੂੰ ਇੱਕ ਬੁੱਕ ਮਿਲੀ ਆ, ਉਹ ਬੁੱਕ ਨਾਲ ਮੈਂ ਪੜ੍ਹ ਲਈ, ਉਹਦੇ ਵਿੱਚੋਂ ਮੈਨੂੰ ਬਾਣੀ ਦੀਆਂ ਕੁਛ ਤੁਕਾਂ ਮਿਲੀਆਂ। ਜਿਹੜੀ ਬਾਣੀ ਨੂੰ ਮੈਂ ਅੱਗੇ ਗਾਲਾਂ ਕੱਢਦਾ ਸੀ, ਮੈਂ ਦੂਰ ਦੀ ਲੰਘਦਾ ਸੀ। ਦੇਖੋ ਗੱਲ ਕਿਸੇ ਵਿੱਚ ਕੋਈ ਚੋਰ ਠੱਗ ਧਾੜਵੀ ਆ ਕਿਤੇ ਮੰਗ ਮੰਗੇ, ਮੈਨੂੰ ਪਰਦਾਰਾ ਚਾਹੀਦੀ ਆ, ਮੈਨੂੰ ਨਸ਼ੇ ਚਾਹੀਦੇ ਆ, ਮੈਨੂੰ ਸ਼ਰਾਬ ਚਾਹੀਦੀ, ਨਹੀਂ, ਉਹ ਦੂਰ ਦੀ ਜਾਊਗਾ ਨਾ, ਆਪਣਾ ਇੱਥੇ ਮਤਲਬ ਨਹੀਂ ਹੈ। ਦੇਖੋ ਅੱਤ ਦਾ ਨਸ਼ਈ ਸ਼ਰਾਬੀ ਹੋਵੇ, ਕਦੇ ਉਹ ਮੰਦਰ ਵਿੱਚ ਜਾ ਕੇ ਗੁਰੂ ਹਾਂ ਚਲਾਕੀ 'ਚ ਕੋਈ ਆ ਸਕਦਾ, ਚਲਾਕੀ ਦੇ ਵਿੱਚ ਕੋਈ ਆ ਸਕਦਾ ਵੀ ਆ ਕੇ ਕਵੇ, ਨਹੀਂ ਕਵੇਗਾ। ਪਰ ਉਹ ਇੱਕ ਸਵਾਲ ਸੀ ਵੀ ਜੇ ਕੋਈ ਮੰਗੇ, ਉੱਥੇ ਵਿਚਾਲੇ ਜੇ ਲੱਗੀ ਵੇ, ਜੇ ਮੰਗੇ, ਉਹ ਜੇ ਕੋਈ ਮੰਗੇ ਦਾ ਜਵਾਬ ਕੀ ਆ? ਆ ਕਹਾਣੀ ਵਿੱਚ ਜਵਾਬ ਆ। ਕਹਿੰਦੇ ਸਾਰੇ ਉਹਦੀ ਉਸਤਤ ਕਰਨ ਲੱਗ ਗਏ। ਹੁਣ ਕਹਿੰਦੇ ਯਾਰ ਬੜਾ ਸਿਆਣਾ ਨਿਕਲਿਆ, ਬੜਾ ਛੇਤੀ ਬਦਲਿਆ, ਬੜਾ ਇਹਦਾ ਜੀਵਨ ਬਦਲਿਆ। ਅੱਗੇ ਕਿਵੇਂ ਪਾਨ ਚੱਬਦਾ, ਜਰਦਾ, ਬੀੜੀਆਂ, ਹਰ ਹਰ ਕਦੇ ਨਾ ਚੇਤੋ ਜਮ ਪਕੜ ਚਲਾਈਆਂ ਵਾਲੀ ਆਦਤ ਇਹਦੀ ਬਣੀ ਹੋਈ ਸੀ, ਅੱਜ ਕਿਵੇਂ ਬਦਲ ਗਿਆ ਇਹ? ਸਾਰੇ ਹੈਰਾਨ ਆ ਨਾ। ਕਹਿੰਦੇ ਇੱਕ ਦਿਨ ਰਾਜਾ ਖੁਸ਼, ਪੂਰਾ ਰਾਜਾ ਰਣਜੀਤ ਸਿੰਘ ਕਹਿੰਦੇ ਪੂਰਾ ਖੁਸ਼। ਕਹਿੰਦੇ ਉਹ ਰਸਤੇ ਵਿੱਚੋਂ ਆ ਰਿਹਾ, ਕਹਿੰਦਾ ਮੈਂ ਨਾ ਕੋਈ ਆਪਣਾ ਇੱਕ ਪ੍ਰਮੁੱਖ ਨੌਜਵਾਨ ਚੁਣਨਾ, ਚੋਣ ਕਰਨੀ ਹੈ, ਮੈਨੂੰ ਨੌਜਵਾਨ ਗੱਭਰੂ ਚਾਹੀਦਾ ਗਾ। ਆਪਣਾ ਕੋਈ ਆਸੇ ਪਾਸੇ ਪਹਿਰੇਦਾਰ, ਕੋਈ ਸਿਆਣਾ ਬੰਦਾ, ਸਮਝਦਾਰ ਬੰਦਾ, ਤੇ ਸਰੀਰ ਕਰਕੇ ਮਨ ਕਰਕੇ ਮਜ਼ਬੂਤ ਬੰਦਾ ਚਾਹੀਦਾ। ਕਹਿੰਦੇ ਸੱਚ ਜਾਣਿਓ, ਕਹਿੰਦੇ ਸਾਰੇ ਪਹਿਰੇਦਾਰ ਅਹਿਲਕਾਰਾਂ ਨੇ ਨਾ ਹੱਥ ਉਹ ਸਰਦਾਰ ਧਾੜਵੀ ਕੰਨੀ ਕਰ ਦਿੱਤਾ। ਕਹਿੰਦੇ ਜਿਹੜਾ ਉਹ ਕੈਦ ਵਿੱਚ ਬੰਦਾ ਨਾ, ਕਹਿੰਦੇ ਉਹਨੂੰ ਬਾਹਰ ਕੱਢੋ। ਰਾਜਾ ਕਹਿੰਦਾ ਕਿਉਂ? ਇਹ ਤਾਂ ਇੰਨਾ ਕਲਪਿਆ ਪਿਆ ਸੀ, ਚੋਰ ਠੱਗ ਧੋਖੇਬਾਜ਼ ਸੀ, ਤਾਂ ਇਹਨੂੰ ਕਿਉਂ ਕੱਢ ਲਈਏ? ਕਹਿੰਦੇ ਹੁਣ ਜਾ ਕੇ ਵੇਖੋ ਉਹਦਾ ਜੀਵਨ। ਜਦੋਂ ਸੱਚਮੁੱਚ ਰਾਜਾ ਗਿਆ ਨਾ, ਤੇ ਰਾਜੇ ਦੇ ਪੈਰੀਂ ਡਿੱਗ ਪਿਆ। ਜਿਹੜਾ ਕੱਲ ਰਾਜੇ ਨੂੰ ਗਾਲਾਂ ਕੱਢਦਾ ਸੀ, ਜਿਹੜਾ ਕੱਲ ਰਾਜੇ ਨੂੰ ਨਾ ਵੱਧ ਦੁਆਵਾਂ ਦਾ ਪੈਰੀਂ ਡਿੱਗ ਪਿਆ, ਤੇ ਹੁਣ ਸੱਚਾਈ ਉਹਦੇ 'ਚ ਕੀ ਆ? ਉਹ ਬੁੱਕ ਪੜ੍ਹਨ ਦੇ ਨਾਲ, ਉਹਦੇ ਵਿੱਚੋਂ ਲੇਖ ਪੜ੍ਹਨ ਦੇ ਨਾਲ, ਗੁਰੂ ਦੇ ਸ਼ਬਦ ਪੜ੍ਹਨ ਦੇ ਨਾਲ ਜੀਵਨ ਬਦਲ ਗਿਆ। ਤੇ ਬਦਲਿਆ ਹੋਇਆ ਜੀਵਨ ਅੱਜ ਰਾਜੇ ਨੇ ਆਪਣਾ ਪ੍ਰਮੁੱਖ ਬੰਦਿਆਂ ਦੇ ਵਿੱਚੋਂ ਉਹਨੂੰ ਚੋਣਵਾਂ ਬੰਦਾ ਰੱਖ ਲਿਆ। ਇੱਕ ਤੂੰ ਮੇਰੇ ਨੇੜੇ ਰਿਹਾ ਕਰ। ਜਿਹੜਾ ਕੱਲ ਧਾੜਵੀ ਸੀ ਨਾ, ਧੋਖੇਬਾਜ਼, ਬੇਈਮਾਨ, ਚੋਰ ਸੀ, ਨਸ਼ਈ ਸੀ, ਅੱਜ ਆਪਣੇ ਨੇੜੇ ਰੱਖ ਲਿਆ। ਤੇ ਹੁਣ ਰਾਜਾ ਪਤਾ ਕੀ ਕਹਿੰਦਾ? ਮੂੰਹੋਂ ਮੰਗ। ਕੀ ਮੰਗਦਾ? ਹੱਥ ਜੋੜ ਲਏ, ਕਹਿੰਦਾ ਕੁਛ ਨਹੀਂ ਚਾਹੀਦਾ। ਰਾਜਾ ਕਹਿੰਦਾ ਮੂੰਹੋਂ ਮੰਗ, ਕੀ ਕੁਛ ਮੰਗਦਾ? ਮੈਂ ਤੈਨੂੰ ਉਹੀ ਦੇਵਾਂਗਾ। ਕਹਿੰਦਾ ਨਹੀਂ, ਕੁਛ ਨਹੀਂ ਚਾਹੀਦਾ। ਚਾਹੀਦਾ ਕੀ ਆ? ਜਿੰਨੇ ਕੁ ਸਵਾਹ ਜ਼ਿੰਦਗੀ ਦੇ ਬਾਕੀ ਬਚਦੇ ਆ ਨਾ, ਰੱਬੀ ਸੰਤੋਖ ਭਾਣੇ ਵਿੱਚ ਰਹਿੰਦਿਆਂ ਹੋਇਆਂ ਇਹ ਸੱਚ ਨਾਲ ਜੁੜ ਕੇ ਗੁਜ਼ਰ ਜਾਣ, ਆਹੀ ਮੰਗ ਆ, ਹੋਰ ਕੋਈ ਮੰਗ ਨਹੀਂ ਹੈ। ਮੰਨ ਲਓ ਜਿਹੜਾ ਧੋਖੇਬਾਜ਼, ਬੇਈਮਾਨ, ਨਸ਼ਈ, ਅੱਤ ਦਾ ਬਕਾਰੀ, ਧਾੜਵੀ ਸੀ ਨਾ, ਅੱਜ ਉਹ ਕੀ ਮੰਗਦਾ? ਕਹਿੰਦਾ ਜਿੰਨੇ ਕੁ ਸਵਾਸ ਬਾਕੀ ਬਚਦੇ ਨੇ ਇਹ ਸੱਚ ਨਾਲ ਜੁੜ ਕੇ ਗੁਜ਼ਰ ਜਾਣ, ਬਸ
होर नहीं कुछ भी चाहिदा। अच्छा हुण अपनी गल कित्थे पहुँच गई, गुरु कोले मंगण दी। मन चिंदिया फल पाया। हुण मन तो शराब की बोतल मंग सकदा, पर नहीं, जदों आपां गुरु दे शब्द सुनते हैं ना, मान लो इत्थे आके नहीं सुने, दूर कन्नां च पै गए अपने। हुण भाई मंझ ने पहली बार किहड़ा गुरु चरनां विच जाके शब्द सुने ने, नहीं सुने ना। कित्थे सुने ने? भाई मंझ ने रस्ते दे विच जांदिआं एक पड़ाव कीता दरबार साहिब दे लागे अमृतसर दे, ते पड़ाव कीता ना, वो पड़ाव दे दौरान गुरु पातशाह दी पावन बाणी आवाज़ कन्नां तक पहुँच गई। वो बाणी लगी मिठी, जीवन बदल गया। बाणी लगी मिठी ना, जीवन बदल गया। अज जिहड़ा मंझ ना लाला वालियां दा चेला सी, बड़ा चौधरी सी इलाके दा, कंगमई पिंड माझे दा, ते अज अज उही भाई मंझ प्यारा गुरु को, गुर मंझ प्यारा भाई। इन्ना प्यारा बन गया गुरु उन्होंने छाती ना ला के रखदा गा। जिहड़ा कल दूर सी, हुण मंझ नूं पुछो भी तू कुछ मंग ला, कहंदा कुछ नहीं चाहिदा। की चाहिदा? कहंदा तेरे चरणां दे विच प्यार बनिया रवे, आही मंगा। ते पीर बुद्धू शाह ने की मंग मंगी हैगी? देखो, एक पठान आ, अपनी गल चली है, मन चिंदिया फल पाया। जदों गुरु दे शब्द दा निवास साडे जीवन विच हो गया ना, बंदे दी जवान बोलणों हट जांदी आ, ते फिर गुरु कारज उन्हां दे आपे सवारदा है। बिन बोलिया सब किश जानदा, फिर बंदा मूहों नहीं मंगदा गा। हुण चेता रखियो, हुण भाई पीर बुद्धू शाह जिहड़ा कि एक पठान आ, एक मुसलमान भरा, जिहदा साडे धर्म नाल कोई मतलब नहीं, वो साखी बड़ी सॉरी सुनी है, पर वो साखी विचों सिੱਖਿਆ। मंग की मंगी आ, 2 पुੱਤ शहीद करवा के। मंग की मंगी आ, सच्चे पातशाह तेरे चरणां दा प्यार, बस कंगा केसां समेत बख्शिश कर देवो, ते छोटी जी मैनू दस्तार दे देवो, जो गुरु साहब ने पहली बार सिरपाओ दिता। ते अज सिरपाओ की महानता किन्नी का, एक लीडर, एक कोई बंदा पार्टी छड्ड के दूजी पार्टी जावे ना, उहदे गल च परना, गल च सरोपा पा दिंदे आपां। किड्डी क महानता, वो रुलदे रहिंदे पैरां च बेचारे। अच्छा ये मिलिया कदों सी ते किवें मिलिया? अपने 2 पुੱਤ पातशाह जी दे हुक्म विच रहिंदियां होइयां भंगाणी दे युद्ध विच शहीद करवा के, फिर पीर बुद्धू शाह नूं दुपट्टा, जिन्हों आपां सिर सरोपा कह दिंदे आ, पर उहदा असली नाम सिरो पाओ, भाव सिर तो ला के पैरां तक ढकण वाला कपड़ा। ते गुरु ने पीर बुद्धू शाह दे समुचे परिवार नूं सिर तो ला के, जिन्ने को वैसे औगण कोई नहीं है, जिन्ने को औगण ने, पर औगण नहीं है कोई भी, वो परिवार च कोई औगण नहीं, पर जिन्ने क ने गुरु ने सारी ढकते, औगण को ना चतारदा। ये ओ कपड़ा जिहड़ा सिर तो ला के पैर दे अंगूठे तक किसी दे औगणां नूं ढक देवे। ते पाउंदा कौन हुंदा? थोड़ी विच दी मैं गल साइड ते लै गया। पाउंदा ओ हुंदा जिहड़े विच आप दे विच कोई औगण ना होवे। हुण पाउंदा कौन आ? जिहड़ा शराब पींदा। पवाउंदा कौन आ? जिहड़ा बाणी पढ़दा। उल्ट हो गई गल। ते पाया किहने आ? गुरु गोबिंद सिंह ने। ते पाया किहदे आ? पीर बुद्धू शाह दे, एक मुसलमान भरा दे। सिर तो लैके पैरां तक इज्जत दी राखी गुरु दे हक च होगी, तेरी राखी गुरु करेगा। चलो कहण तो भाव हुण राजा रणजीत सिंह ने उस धाड़वी नूं पुछया भी की चाहिदा, कहंदा कुछ नहीं चाहिदा, बस एक गुरु नाल प्यार बनिया रवे। ये सारी करामात किस चीज़ च? गुरबाणी विच है। गुरबाणी ने जीवन बदल दिता। हुण इत्थे की आ, जदों मनुख दे जीवन च गुरबाणी उतर आई ना, ते सच जाणो प्यार वालिओ, वो दुनियावी दातां कदे भी नहीं मंगदा। उन्हें विशक पढ़ लिया, जो मंगे ठाकुर अपने ते सोई सोई देवै। वो कहंदा मैनूं बोलण दी लोड़ ही नहीं, मेरा बापू मेरा पिता इन्ना सियाणा, मेरियां देख के सारियां शरीरक लोड़ां पूरियां करी जांदा, ते मन तृप्त हो गया, रज गया, मेरी नीयत भर गई। मैं नीयत करके हौला नहीं, मैं नीयत करके रज्या व्यांगा। ते इत्थे लाम दे पाठ की लिखिया गा? पातशाह जी कहंदे जिहड़े सच नाल जुड़ जांदे ने, जिन्हां ने कर्म दृढ़ कर ले, जिन्हां दा मन चिंदिया, अंदरों फल प्राप्त किया, वो की आ? वो लोग ने जिन्हां दा मन तृप्त हो जांदा गा। हुण इत्थे पढ़िया कदों पाठ? वो आनंद कारजां वेले। ते आनंद कारजां वेले सारे दा सारा माहौल किहो जिहा हुंदा? शराब दे पिछे बंदा अकड़ जाता, हालांकि वो किसी भी पदार्थ च नहीं आती। मेरे आए हुए बरातियां की सेवा नहीं की, अकड़ गया। मौके ते मोटरसाइकिल गड्डी नहीं दी, अकड़ गया।
मौके ते इन्नियां छांपां कीतियां सी, वो पाइयां नहीं, आकड़ गया ना। हुण सोचण वाली गल आ। गुरु कहंदा मन तृप्त होना चाहिए, रज्जिया होना चाहिए, ते बंदे दा मन उहदी पाठ सुनिया, उहदी मंगां शुरू ने, उहदी देण लैण शुरू आ। ते हुण सोच के देखो बाणी साडे जीवन च लागू हो सकदी आ जां नहीं हो सकदी। इसे करके मन्निया जांदा ना भी गुरबाणी नूं इउं कहना सौखा भी मैनूं मिठी लगदी आ। वो अपनी आरंभता दी विचार सी, हर मन तन मीठा लाया बलराम जी, हर मन तन मीठा लाया। मन करके बाणी दा मठास चखना औखा, तन करके मठास चखना सौखा। तन कह दिंदा बाणी बहुत मिठी है, तन कह दिंदा गुरु ग्रंथ साहिब वर्गा होर कोई नहीं है। मन नहीं मनदा। जिदे मन मन गया ना, फिर उहदे छंपां छल्ले, गड्डियां, मोटरसाइकिल, सब कुछ मंगां बंद हो जाणियां। उहदे बिल्कुल साफ सुथरा जीवन होवेगा, तृप्त जीवन होवेगा, जिन्हों रज्जिया होया जीवन गुरु साहब कहंदे नेगे। इस करके आपां पहलां सुनिया सी भी भाव साडे अंदर दी भुख आ जिहड़ी ना, वो मिटदी नहीं है। अज दे दुनिया विच सारे दे सारे लोक विरलिਆਂ ਨੂੰ छड्ड के अंदरों नीयत करके भुखे ने। इउं जे आपां इह लफ्ज़ बोलिया ना, तो ये बोलण विच अत कथन ही नहीं है, सच्चाई आ। अगे पातशाह जी कहते मन चिंदिया फल पाया। फिर हुण असीं भाई जदों गुरबाणी नूं अपने मन विच ले आए ना, ये एडा वड्डा खजाना, इहने सारियां भुखां मिटातियां। एक ना आपां रोज़ शब्द पढ़दे, हुण भी पढ़ांगे, रोज़ाना पढ़दे आ आनंद साहिब दी बाणी विच। की पढ़दे आ? साचे साहिबा क्या नाही घर तेरा, घर तां तेरा सब किछ है, जिस देह सो पावे, सदा सिफत सलाह तेरी, नाम मन वसावे। नाम जिनकै मन वसिया, वाजे शब्द कनेरे, कहे नानक सच्चे साहिब क्या नाही घर तेरा। मेरे मालक दे घर विच ਤੋਟ ਕਿਸੇ ਚੀਜ਼ ਦੀ ਨਹੀਂ, ਪਰ ਸਭ ਤੋਂ ਵੱਡੀ ਪ੍ਰਾਪਤੀ ਅੰਦਰ ਦੀ ਤ੍ਰਿਪਤੀ ਹੈ। ਜਿਹੜਾ ਬੰਦਾ ਸੰਤੋਖੀ ਹੋ ਗਿਆ, ਉਹਦੇ ਵਰਗਾ ਕੋਈ ਮਹਾਨ ਵਿਅਕਤੀ ਦੁਨੀਆ ਦੇ ਕਿਸੇ ਕੋਨੇ 'ਚੋਂ ਨਹੀਂ ਮਿਲਣਾ। ਪਰ ਸੰਤੋਖੀ ਹੋਣਾ ਬਹੁਤ ਵੱਡੀ ਗੱਲ ਆ। ਸੰਤੋਖ ਕਿਸੇ ਕਿਸੇ ਦੇ ਜੀਵਨ ਵਿੱਚ ਆਉਂਦਾ ਗਾ। गुरु नानक साहब के जीवन चो ना विसाखो मिथासक साखी आप पढ़ते हैं ना भी गुरु साहब ने पेपर पाया। जिन्ने लोग बाबे नानक के पिछे तुरे जाते हैं ना, पहला बाबे नानक ने माया खिलारती, कहते बहुते माया चक चक मुड़ गए। जिन्हां अंदर प्यार सी ना, बाबे नानक ने कुछ अगे जाके होर कुछ खिलार दिता, वो चक के मुड़ गए। जिन्हां अंदर प्यार सी वो रह गए, थोड़ा जिहा वध के प्यार सी। बाबे नानक ने हुण डांग भराउणी शुरू कर दी, कुछ डांगां तो डरदे मुड़ गए, कोई नहीं खड़ियागा। गुरु नानक साहब जी कहते कमाल की गल आ, कुछ पैसे चक के, कुछ पदार्थ खाण पीण वाले चक के मुड़ गए, तो कुछ डांग तो डरदे मुड़ गए। कुछ जिन्हां दे अंदर अति प्यार सी वो रह गए, ना पैसे चक के मुड़े, ना कुछ होर पदार्थ चक के मुड़े। तो वो कौन ने जिहड़े डांग तो डरदे भी नहीं मुड़े? वो बाबा बुढ़ा जी वर्गे। वो कौन ने गे? बाबा लैणा जी वर्गे। बाबा लैणा जी वर्गे है ना। फिर उन्होंने परथाए की लिखिया भी गुरु साहब जी कहते तुसी मुड़दे नहीं, कहते असी नहीं मुड़ना गा, तुहानू किसी चीज़ की इच्छा नहीं, कहते ना मन चिंदिया फल पाया। हुण मन चिंदिया, मन की भाव भावना के मुताबक फल की लेना? असी तुहानू ही लेना, भाव तुहाडी मत नू ही लेना है। तो वो मत किवें मिली आ? फिर गुरु साहब ने उन्हां दे जीवन विच भी पेपर पाए। आखिर एक दिन गुरु नूं कहना पै गया मेरी जोत बाबे लहणे विच है। जिन्हां ने दृढ़ इरादा विश्वास रखिया। हुण वो गुरु पातशाह कोले भी क्वालिटी दे बंदे आउंदे ने, जिहड़े कुछ क दुनियावी दातां लैके मुड़ जांदे ने, कुछ क पदार्थ लैके मुड़ जांदे ने, ते कदे कदे गुरु रुखा शब्द, मतलब जिन्हों तिखा शब्द कह दिंदे आ, तिखा शब्द बोल पे, फिर बहुते उदे मुड़ जांदे ने, कहंदे तां बाबे सानूं कही जांदे ने। फिर रह कौन गए? प्यार वाले। वो कहंदे असीं नहीं मुड़दे गे, असीं तां गुरु तो गुरु का सिद्धांत लेके जाना, गुरु का नाम रस लेके जाना, जिस नाम रस सदका असी तृप्त हो जाएंगे, अपने आप को मुक्त करवा लेंगे। फिर उन्होंने जीवन की कोई भुख नहीं रहिंदी। वो आप पहला पढ़ लिया, राम रस पिया रे जिह रस विसर गए रस, और गुरु का नाम रस पीण दे नाल सारे रस विसर जाते हैं।
ਅੱਗੇ ਪਾਸ਼ਾ ਜ਼ਿਕਰ ਕਰਦੇ ਨੇ ਮਨ ਚਿੰਦਿਆ ਫਲ ਪਾਇਆ ਸੁਆਮੀ। ਫਿਰ ਅੱਗੇ ਕੀ ਜ਼ਿਕਰ ਕੀਤਾ, ਹਰ ਨਾਮ ਵਜੀ ਵਧਾਈ। ਮੇਰੇ ਮਨ ਦੇ ਵਿੱਚ ਨਾ ਹੁਣ ਪਰਮਾਤਮਾ ਦੇ ਨਾਮ ਦੀ ਵਧਾਈ ਚੱਲ ਪਈ। ਉਹ ਵਾਹਿਗੁਰੂ ਜੀ ਨੇ ਮੇਰੇ ਮਨ ਦੇ ਵਿੱਚ ਇੰਨੀ ਖੁਸ਼ੀ, ਇੰਨਾ ਖੜਾਓ ਪੈਦਾ ਕਰ ਦਿੱਤਾ ਜਿਹਦਾ ਅੰਤ ਨਹੀਂ ਹੈ। ਉਹ ਖੜਾਓ ਕਿਉਂ ਆਇਆ? ਮੈਂ ਹੁਣ ਸਭ ਕੁਝ ਆਪਣੀ ਜ਼ਿੰਦਗੀ ਦਾ ਇੱਕ ਇੱਕ ਪੜਾਅ ਸੰਤੋਖ ਦੇ ਵਿੱਚ ਜਿਉਣਾ ਸ਼ੁਰੂ ਕਰ ਦਿੱਤਾ। ਮੈਨੂੰ ਇਉਂ ਲੱਗਦਾ ਮੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ ਗਾ। ਮੈਨੂੰ ਆਪਣੇ ਆਪ 'ਤੇ ਮਾਣ ਹੈ। ਇੱਕ ਸਵੈਮਾਨ ਹੁੰਦਾ, ਯੁਰਤ, ਤੇ ਇੱਕ ਹੰਕਾਰ ਹੁੰਦਾ। ਹੰਕਾਰ ਨਹੀਂ ਹੈ ਵੀ ਮੇਰੇ ਵਰਗਾ ਹੋਰ ਕੋਈ ਨਹੀਂ ਹੈ। ਬਹੁਤਿਆਂ ਨੂੰ ਹੰਕਾਰ ਹੋ ਜਾਂਦਾ ਨਾ, ਮੇਰੇ ਵਰਗਾ ਚੰਮ ਕਿਹਦਾ ਗੋਰਾ ਹੋ ਸਕਦਾ, ਮੇਰੇ ਵਰਗਾ ਕੌਣ ਅਮੀਰ ਹੋ ਸਕਦਾ ਗਾ, ਮੇਰੇ ਵਰਗਾ ਪੜਾਕੂ ਕੌਣ, ਉਹ ਹੰਕਾਰ ਆ। ਇੱਕ ਮਾਣ ਸਵੈਮਾਨ ਹੁੰਦਾ ਜਿਹੜਾ ਕਿ ਖਿਡਾਰੀ ਵੀਰ ਨਾ ਗਰਾਊਂਡ ਦੇ ਵਿੱਚ ਜਾ ਕੇ ਆਪਣੇ ਅੰਦਰੋਂ ਬੋਲਦਾ, ਹੈ ਕੋਈ ਖਿਡਾਰੀ ਮੇਰੇ ਵਰਗਾ। ਪਿਛਲੀ ਵਾਰ ਰਿਕਾਰਡ ਕਾਇਮ ਕਰਨ ਦੇ ਵਿੱਚ ਥੋੜ੍ਹੇ ਜਿਹੇ ਪੁਆਇੰਟ ਬਾਕੀ ਬਚ ਗਏ। ਐਤਕੀ ਦੀ ਵਾਰ ਇੰਨੀ ਮਿਹਨਤ ਕੀਤੀ ਆ ਵੀ ਮੈਂ ਰਿਕਾਰਡ ਕਾਇਮ ਕਰਨਾ, ਤੇ ਸਾਨੂੰ ਮਾਣ ਹੋਵੇ ਅਸੀਂ ਗੁਰੂ ਦੀ ਹਰ ਗੱਲ ਮੰਨ ਕੇ ਜੀਵਨ ਨੂੰ ਸਬਰ ਤੇ ਸੰਤੋਖ ਵਾਲਾ ਬਣਾਉਣਾ ਹੈ। ਠੀਕ ਹੈ ਨਾ। ਸਬਰ ਤੇ ਸੰਤੋਖ ਵਾਲਾ ਕਦੋਂ ਬਣੇਗਾ? ਜਦੋਂ ਆਪਾਂ ਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਪ੍ਰਵੇਸ਼ ਕਰ ਲਿਆ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਧਾਈ। ਅੱਗੇ ਪਾਸ਼ਾ ਜ਼ਿਕਰ ਕਰਦੇ ਨੇ ਹਰ ਪ੍ਰਭ ਠਾਕੁਰ ਕਾਜ ਰਚਾਇਆ। ਫਿਰ ਹਰੀ ਪਰਮਾਤਮਾ ਸਾਡੀ ਜ਼ਿੰਦਗੀ 'ਚ, ਇੱਥੇ ਠੱਠੇ ਨੂੰ ਕੰਨਾ, ਕੱਕੇ ਨੂੰ ਔਂਕੜ, ਰਾਰਾ, ਰਾਰੇ ਨੂੰ ਹੁਸ਼ਿਆਰੀ ਆ। ਕੱਕੇ ਨੂੰ ਔਂਕੜ ਵੀ ਆ ਤੇ ਰਾਰੇ ਨੂੰ ਹੁਸ਼ਿਆਰੀ ਵੀ ਆ। ਤੇ ਨਹੀਂ ਆਮ ਤਲ ਤੇ ਠਾਕਰ ਲਫ਼ਜ਼ ਆਪਾਂ ਜ਼ਿਆਦਾ ਵਰਤਦੇ ਹਾਂ ਆਪਣੀ ਜ਼ਿੰਦਗੀ 'ਚ। ਠਾਕਰ ਇੱਕ ਪੱਥਰ ਦਾ ਨਾਮ ਹੈ, ਪੱਥਰ ਨੂੰ ਕਿਹਾ ਜਾਂਦਾ ਗਾ। ਤੇ ਠਾਕੁਰ ਇੱਕ ਨਸਲ ਵੀ ਆ। ਪਿੱਛੇ ਜੇ ਕੇਸ ਹੋਇਆ ਨਾ, ਤੇ ਉੱਥੋਂ ਦੇ ਮੁੱਖ ਮੰਤਰੀ ਨੇ, ਉਹ ਜਿਹੜਾ ਨਾ ਅੱਗੇ ਦਾ ਨਾ ਪਿੱਛੇ, ਨਾ ਧੁਰਦਾ ਨਾ ਧਾਮਦਾ, ਉਹ ਸਿਆਣਿਆਂ ਨੇ ਕਿਹਾ ਜਿਨ੍ਹਾਂ ਦੇ ਹੱਥ ਵਿੱਚ ਸੱਪ ਸੀ ਨਾ, ਉਹਨਾਂ ਦੇ ਹੱਥ ਵਿੱਚ ਸੂਬਿਆਂ ਦੀ, ਜਨਤਾ ਦੀ ਵਾਂਗਡੋਰ ਫੜਾਤੀ। ਉਹਨਾਂ ਨੂੰ ਕੀ ਅਕਲ ਆ ਵੀ ਜਨਤਾ ਨੂੰ ਕਿਵੇਂ ਚਲਾਈਦਾ। ਹੁਣ ਬਾਬੇ ਨਾਨਕ ਨੇ ਜਿੰਨੀ ਗੱਲ ਕੀਤੀ ਆ ਪਰਿਵਾਰ ਦੇ ਆਧਾਰ 'ਤੇ ਕੀਤੀ ਆ, ਗ੍ਰਸਤੀ ਜੀਵਨ ਦੇ ਆਧਾਰ 'ਤੇ ਕੀਤੀ ਹੈ। ਬਾਬਾ ਨਾਨਕ ਖੁਦ ਪਰਿਵਾਰ ਵਾਲਾ ਗਾ, ਕੇਵਲ 8ਵੇਂ ਪਾਤਸ਼ਾਹ ਨੂੰ ਛੱਡ ਕੇ। ਉਹ ਖੁਦ ਪਰਿਵਾਰ ਵਾਲੇ ਨਾ, ਤੇ ਪਰਿਵਾਰ ਦੀਆਂ ਔਂਕੜਾਂ ਤਕਲੀਫਾਂ ਕੀ ਕੁਛ ਚਾਹੀਦਾ ਉਹਦੇ ਬਾਰੇ ਪਤਾ। ਤੇ ਹੁਣ ਜਿਹਨੂੰ ਆਪਣੇ ਪਰਿਵਾਰ ਬਾਰੇ ਨਹੀਂ ਪਤਾ, ਆਪਣੀ ਧੀ ਦੀ, ਆਪਣੇ ਪੁੱਤ ਦੀ, ਆਪਣੇ ਪਰਿਵਾਰ ਦੀ ਇੱਜ਼ਤ ਬਾਰੇ ਨਹੀਂ ਪਤਾ, ਉਹ ਦੇਸ਼ ਕੌਮ ਦੇ ਵਿੱਚ ਕਿਵੇਂ ਸਾਡੀਆਂ ਧੀਆਂ ਬੱਚੀਆਂ ਦੀ ਰਾਖੀ ਕਰ ਸਕਦੇ ਆ। ਇੱਕ ਸਧਾਰਨ ਤੌਰ ਤੇ ਕੀ ਲਫ਼ਜ਼ ਬੋਲਿਆ, ਕਹਿੰਦਾ ਠਾਕੁਰਾਂ ਦੇ ਲੜਕੇ, ਠਾਕੁਰਾਂ ਦੇ ਲੜਕੇ ਅਜਿਹਾ ਕੁਛ ਕਰਦੇ ਹੀ ਹੁੰਦੇ ਨੇ। ਜਿਵੇਂ ਪਿੱਛੇ ਜੇ ਨਾ ਇੱਕ ਰਾਜੇ ਦੇ ਘਰ ਵਾਲੀ ਨੇ ਬਿਆਨ ਦਿੱਤਾ ਸੀ, ਕਹਿੰਦੇ ਰਾਜੇ ਮਹਾਰਾਜੇ ਪੁੱਠੇ ਕੰਮ ਕਰ ਹੀ ਲੈਂਦੇ ਨੇ। ਲੈ ਆਹ ਸਾਡੀ ਕੌਮ ਦੇ ਆਗੂ ਨੇਗੇ। ਹੁਣ ਇੱਥੇ ਉਹਨਾਂ ਦੀ ਗੱਲ ਨਹੀਂ ਹੈ, ਇੱਥੇ ਠਾਕੁਰ ਪਰਮਾਤਮਾ, ਹਰ ਪ੍ਰਭ ਠਾਕੁਰ ਕਾਜ ਰਚਾਇਆ। ਹਰ ਕੰਮ ਦੇ ਵਿੱਚ, ਭਾਵ ਹੁਸ਼ਿਆਰੀ ਕੀ ਕਹਿੰਦੀ ਆ, ਹਰ ਕੰਮ ਦੇ ਵਿੱਚ ਉਹ ਪਰਮਾਤਮਾ ਆਪ ਆ ਕੇ ਵਸ ਜਾਂਦਾ ਹੈ, ਤੇ ਉਸ ਕੰਮ ਨੂੰ ਉਹ ਵਾਹਿਗੁਰੂ ਆਪ ਖੁਦ ਸਿਰੇ ਚੜ੍ਹਦਾ। ਇਹ ਸੱਚ ਆ, ਝੂਠ ਨਹੀਂ ਹੈ, ਬਿਲਕੁਲ ਸੱਚ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਹ ਅੰਮ੍ਰਿਤ ਜਲ ਪਾਣੀ ਵਿੱਚ ਵੀ ਉਹ ਹੈ, ਧਰਤੀ ਦੇ ਤਲ ਤੇ ਵੀ ਉਹ ਹੈ, ਆਕਾਸ਼ ਵਿੱਚ ਵੀ ਉਹ ਹੈ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ। ਹਰ ਥਾਵਾਂ ਤੇ ਉਹ ਵਾਹਿਗੁਰੂ ਪਰਮਾਤਮਾ ਖੁਦ ਹੈ। ਇੱਥੇ ਪਾਤਸ਼ਾਹ ਜੀ ਕਹਿੰਦੇ ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਬਗਾਸੀ। ਧਨ ਮੀਨਜ ਇਸਤਰੀ, ਹਿਰਦੈ ਸਾਡੀ ਜੀਵ ਇਸਤਰੀ। ਜੀਵ ਇਸਤਰੀ ਦੇ ਅੰਦਰ ਹਰ ਹਿਰਦੈ ਨਾਮ ਵਿਗਾਸੀ। ਮੇਰੀ ਜੀਵ ਆਤਮਾ ਦੇ ਅੰਦਰ ਉਹ ਪਰਮਾਤਮਾ ਦਾ ਨਾਮ ਟਿਕ ਗਿਆ, ਤੇ ਹੁਣ ਅੰਦਰੋਂ ਮੈਂ ਖਿੜ ਗਿਆ। ਵਿਗਾਸੀ, ਵਿਗਾਸੀ ਤੋਂ ਭਾਵ ਬਿਗਸਣਾ। ਇੱਕ ਥੋੜ੍ਹੀ ਜਿਹੀ ਮੈਂ ਇੱਥੇ ਗੱਲ ਹੋਰ ਕਿ ਮੈਂ ਵਿਗਾਸ ਤੇ ਵੈਸੇ ਤੁਸੀਂ ਕਈ ਵਾਰੀ ਸੁਣਿਆ ਹੋਵੇਗਾ, ਪਰ ਫਿਰ ਵੀ ਆਪਾਂ ਦੁਬਾਰਾ ਰਿਪੀਟ ਕਰ ਲਈਏ। ਇੱਕ ਵਿਗਾਸ ਹੈ ਤੇ ਇੱਕ ਵਿਕਾਸ ਹੈ। ਵਿਕਾਸ ਤੇ ਵਿਗਾਸ। ਜਿਹੜੀ ਤਾਂ ਵਿਕਾਸ ਦੀ ਦਾਤ ਆ ਉਹ ਤਾਂ ਸਾਡੇ ਮਨ ਦੀ ਕਾਢ ਆ, ਤੇ ਜਿਹੜੀ ਵਿਗਾਸ ਦੀ ਦਾਤ ਆ ਉਹ ਪਰਮੇਸ਼ਰ ਦੀ ਦਾਤ ਆ। ਹੁਣ ਗੁਰੂ ਜਦੋਂ ਵੀ ਬਖਸ਼ਿਸ਼ ਕਰਦਾ ਉਹ ਵਿਗਾਸ ਦਿੰਦਾ, ਵਿਕਾਸ ਨਹੀਂ ਦਿੰਦਾ।
ਵਿਕਾਸ ਵਿੱਚ ਨਾਸ ਹੈ, ਵਿਗਾਸ ਵਿੱਚ ਨਾਸ ਨਹੀਂ ਹੈ। ਪਰਮਾਤਮਾ ਸਦਾ ਹੀ ਵਿਗਾਸ ਆ ਤੇ ਪਰਮਾਤਮਾ ਦੇ ਸੇਵਕ ਉਹ ਵੀ ਸਦਾ ਹੀ ਵਿਗਾਸ ਖੇੜੇ ਵਿੱਚ ਰਹਿੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ। ਤੇ ਵਿਕਾਸ ਵਿੱਚ ਨਾਸ ਤਾਂ ਹੈ, ਮਤਲਬ ਖਾਤਮਾ ਹੈ। ਵਿਕਾਸ ਦੇ ਵਿੱਚ ਚੱਲਦਾ 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 ਬੰਦਾ ਆਪ ਵੀ ਨਾਸ ਹੋ ਜਾਂਦਾ ਤੇ ਜਿਹੜੇ ਕੰਮ ਕਰ ਰਿਹਾ ਉਹ ਕੰਮ ਵੀ ਨਾਸ ਹੋ ਜਾਂਦੇ ਨੇਗੇ। ਤੇ ਜਿਹੜੀ ਵਿਗਾਸਤਾ ਦੀ ਪੌੜੀ ਆ ਇਹਦੇ ਵਿੱਚ ਕੁਝ ਨਾਸ ਨਹੀਂ ਹੁੰਦਾ ਗਾ। ਫਿਰ ਬਾਬੇ ਨਾਨਕ ਨੇ ਪਹਿਲਾਂ ਵਿਗਾਸ ਦਿੱਤਾ, ਵਿਗਾਸ ਵਿੱਚੋਂ ਵਿਕਾਸ ਨੂੰ ਪੈਦਾ ਕਰ, ਮਤਲਬ ਗੁਰੂ ਮੱਤ ਵਿੱਚੋਂ ਹਰ ਕੰਮ ਪੈਦਾ ਕਰ, ਫਿਰ ਦੇਖੀ ਤੇਰੀ ਜ਼ਿੰਦਗੀ ਦਾ ਕਿਹੋ ਜਿਹਾ ਵੇਸ ਬਣੇਗਾ। ਇੱਥੇ ਜ਼ਿਕਰ ਕੀਤਾ ਪਾਤਸ਼ਾਹ ਜੀ ਕਹਿੰਦੇ ਸਾਡੀ ਜੀਵ ਆਤਮਾ ਇਸਤਰੀ ਪਤਨੀ ਦਾ ਰੂਪ ਹੈ ਜੋ ਧਨ ਹਿਰਦੈ ਨਾਮ ਵਿਗਾਸੀ। ਇੱਕ ਧਨ ਸਾਹਮਣੇ ਬੈਠੀ ਹੈ ਜੋੜੀ, ਇੱਕ ਤਾਂ ਉਹਨਾਂ ਦੀ ਗੱਲ ਹੋ ਗਈ, ਇੱਕ ਸਾਡੀ ਆਤਮਾ ਦੀ ਗੱਲ ਹੋ ਗਈ। ਹੁਣ ਪਾਤਸ਼ਾਹ ਜੀ ਕਹਿੰਦੇ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ। ਫਿਰ ਅੱਗੇ ਕੀ ਕਿਹਾਗਾ, ਹਰ ਪਾਇਆ ਪ੍ਰਭ ਅਬਨਾਸੀ। ਮੈਂ ਮੇਰੇ ਮਾਲਕ ਪ੍ਰਭੂ ਪਰਮਾਤਮਾ ਨੂੰ ਪਾ ਲਿਆ ਹੈ। ਇੱਥੋਂ ਤੱਕ ਵਿਚਾਰ ਸਮਾਪਤ। ਸੰਖੇਪ ਦੁਆਰਾ ਫਿਰ ਇਹ ਕੇਵਲ ਚਾਰੇ ਲਾਵਾਂ ਦਾ ਪਾਠ ਜੋ ਆਪਾਂ ਹੁਣ ਤੱਕ ਸੁਣ ਲਿਆ। ਦੋ ਸਨਮੁਖ ਬੈਠੇ ਬੱਚਾ ਤੇ ਬੱਚੀ ਕੇਵਲ ਉਹਨਾਂ ਲਈ ਨਹੀਂ ਹੈ। ਅੱਛਾ ਮੰਨ ਲਵੋ ਇੱਕ ਦੋ ਸਕਿੰਟਾਂ ਵਾਸਤੇ, ਆਪਾਂ ਮੰਨ ਲਓ ਇੱਕ ਦੋ ਸਕਿੰਟਾਂ ਵਾਸਤੇ ਜੇ ਉਹਨਾਂ ਲਈ ਹੋਵੇ ਤਾਂ ਵਿਆਹ ਤੋਂ ਬਾਅਦ ਕਿਹੜਾ ਵਿਅਕਤੀ ਆ, ਕਿਹੜਾ ਉਹ ਬੱਚਾ ਬੱਚੀ ਆ ਜਿਹੜਾ ਲਾਵਾਂ ਦਾ ਪਾਠ ਦੁਬਾਰਾ ਦੁਬਾਰਾ ਰੋਜ਼ ਕਰੇ ਤੇ ਰੋਜ਼ ਸੁਣੇ। ਅਕਸਰ ਨਾ ਜਦੋਂ ਵੀਡੀਓ ਵੇਖਦੇ ਆ ਤੇ ਉਦੋਂ ਲਾਵਾਂ ਦਾ ਪਾਠ ਕੱਟੇ ਹੀ ਜਾਂਦਾ, ਕਹਿੰਦੇ ਅੱਗੇ ਲੰਘਾ ਦਿਓ ਇਹਨਾਂ ਦਾ ਕੀ ਸੁਣਨਾ। ਦੇਖ ਲਓ ਜੇ ਕਹਾਣੀ ਨਹੀਂ ਵਾਪਰਦੀ। ਹੋਰ ਨੱਚਣ ਗਾਉਣਾ ਉੱਥੇ ਬੈਕ ਕਰ ਲਾਉਂਦਾ, ਇਹਨੂੰ ਦੁਬਾਰੇ ਦੇਖੋ, ਦੁਬਾਰੇ ਸੁਣੋ, ਇਹਨੂੰ ਸੋਚ ਕੇ ਦੇਖੋ। ਜਿਹੜੀ ਅਸਲੀਅਤ ਸੀ ਉਹਨੂੰ ਪਾਸੇ ਕਰ ਦਿੱਤਾ, ਨਕਲ ਸੀ ਉਹਨੂੰ ਅੱਗੇ ਲਿਆਂਦਾ। ਹੁਣ ਇੱਥੇ ਭਾਵ ਲਾਵਾਂ ਦਾ ਪਾਠ ਜਿਹੜਾ ਆਪਾਂ ਹੁਣ ਤੱਕ ਵਿਚਾਰਿਆ ਨਾ 4 ਦਿਨਾਂ ਦੇ ਵਿੱਚ, ਉਹਦਾ ਭਾਵ ਅਰਥ ਕੇਵਲ ਸਨਮੁਖ ਬੈਠੀ ਜੋੜੀ ਉਹਦੇ ਨਾਲ ਸਰੀਰਕ ਤਲ 'ਤੇ ਹੈ। ਉਹ ਸਰੀਰਕ ਤਲ ਤੋਂ ਸਾਨੂੰ ਗੁਰੂ ਨੇ ਆਤਮਿਕ ਤਲ ਤੱਕ ਭੇਜਿਆ ਗਾ ਵੀ ਤੈਨੂੰ ਤੇਰੇ ਘਰ 'ਚੋਂ ਉਦਾਹਰਣ ਦੇ ਦਿੰਦਾ ਮੈਂ ਤੇ ਤੈਨੂੰ ਸੌਖਾ ਗੁਰੂ ਦੀ ਸਮਝ ਆ ਜਾਊ, ਗੁਰਬਾਣੀ ਦੀ ਸੌਖੀ ਸਮਝ ਆ ਜਾਊਗੀ। ਫਿਰ ਉਹਦਾ ਨਾਤਾ ਜ਼ਿਆਦਾਤਰ ਕਿਹਦੇ ਨਾਲ ਆ, ਸਾਡੀ ਜੀਵ ਆਤਮਾ ਦੇ ਨਾਲ ਹੈ। ਹਫ਼ਤੇ 'ਚ, ਮਹੀਨੇ ਬਾਅਦ, 15 ਦਿਨਾਂ ਬਾਅਦ ਜਦੋਂ ਵੀ ਵਕਤ ਮਿਲੇ 4 ਲਾਵਾਂ ਦਾ ਪਾਠ ਜ਼ਰੂਰ ਆਪਾਂ ਕਰਿਆ ਕਰੀਏ। ਜਿੱਥੇ ਨਿਤਨੇਮ ਕਰਦੇ ਹਨ, ਨਿਤਨੇਮ ਦੇ ਨਾਲ ਕਈ ਵਾਰ ਬੰਦਾ ਫਰੀ ਹੈਗਾ, ਬਸੰਤ ਕੀ ਵਾਰ ਪੜ੍ਹ ਲਈ, ਰਾਮਕਲੀ ਕੀ ਵਾਰ ਪੜ੍ਹ ਲਈ, ਸੁਚੱਜੀ ਕੁਚੱਜੀ ਗੁਣਵੰਤੀ ਪੜ੍ਹ ਲਈ, ਆਪਾਂ ਪੜ੍ਹ ਲੈਂਦੇ ਆਂਗੇ। ਸਹਿਜ ਪਾਠ ਕਰਦਿਆਂ ਜਿੱਥੇ ਸ਼ਬਦ ਵਧੀਆ ਲੱਗੇ ਆਪਾਂ ਨੂੰ ਦੁਬਾਰਾ ਪੜ੍ਹ ਲੈਂਦੇ ਹਾਂ, ਉੱਥੇ ਲਾਵਾਂ ਦਾ ਪਾਠ ਵੀ ਜ਼ਰੂਰ ਪੜ੍ਹਨਾ ਗਾ। ਫਿਰ ਪੜ੍ਹਨਾ ਨਹੀਂ, ਉਹਨੂੰ ਸਮਝਣਾ ਵੀ ਆ। ਪਹਿਲੀ ਲਾਮ 'ਚ ਕੀ ਕਿਹਾ, ਦੂਜੀ 'ਚ ਕੀ ਕਿਹਾ, ਤੀਜੀ 'ਚ ਕੀ ਕਿਹਾ ਤੇ ਚੌਥੀ 'ਚ ਕੀ ਕਿਹਾ ਗਾ। ਚੌਥੀ 'ਚ ਅੱਜ ਕੀ ਕਿਹਾ ਸੀ ਪਾਤਸ਼ਾਹ ਨੇ, ਹਰ ਚੌਥੜੀ ਲਾਵ ਮਨ ਸਹਿਜ ਭਇਆ ਬਲ ਰਾਮ ਜੀਓ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਲਾਇਆ, ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਮੈਨੂੰ ਮਨ ਕਰਕੇ ਵੀ ਤੇ ਤਨ ਕਰਕੇ ਵੀ ਗੁਰੂ ਦਾ ਉਪਦੇਸ਼ ਮਿੱਠਾ ਲੱਗਣ ਲੱਗ ਪਿਆ ਹੈ। ਸੋ ਇੱਥੋਂ ਤੱਕ ਵਿਚਾਰ ਸਮਾਪਤ ਆ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।